ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡਾਉਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ, ਇਹ ਸੁਣ ਬਚਨ ਜੋਗੀਸਰਾ, ਮਾਰ ਕਿਲਕ ਬਹੁ ਰੂਏ ਉਠਾਈ। ਖਟ ਦਰਸ਼ਨ ਕਉ ਖੇਦਿਆ, ਕਲ ਜੁਗ ਨਾਨਕ ਬੇਦੀ ਆਈ। ਸਿੱਧ ਬੋਲਨ ਸਭ ਅਵਖਦੀਆਂ, ਤੰਤਰ ਮੰਤਰ ਕੀ ਧੁਨੋ ਚੜਾਈ। ਰੂਪ ਵਟਾਏ ਜੋਗੀਆਂ, ਸਿੰਘ ਬਾਘ ਬਹੁ ਚਲਤ ਦਿਖਾਈ। ਇੱਕ ਪਰ ਕਰ ਕੈ ਉਡਰਨ, ਪੰਖੀ ਜਿਵੈ ਰਹੈ ਲੀਲਾਈ। ਇੱਕ ਨਾ ਨਾਗ ਹੋਏ ਪਾਉਣ ਛੋੜਿਆ, ਇੱਕ ਨਾ ਵਰਖਾ ਅਗਨ ਵਸਾਈ। ਤਾਰੇ ਤੋੜੇ ਭੰਗਰ ਨਾਥ, ਇੱਕ ਚੜ ਮਿਰਗਾਨੀ ਜਲ ਕਰ ਜਾਈ। ਸਿੱਧਾਂ ਅਗਨ ਨਾ ਬੁਝੈ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਰਹਿਮਤ ਦੇ ਸਦਕਾ, ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਅਸੀਸਾਂ ਦੇ ਨਾਲ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ, ਜੋ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਕਥਾ ਗੁਰੂ ਰਹਿਮਤ ਦੇ ਨਾਲ ਪ੍ਰਾਰੰਭ ਹੋਈ। ਪਿਛਲੇ ਦਿਨੀ ਪਹਿਲੀ ਵਾਰ ਦੀਆਂ 40 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। ਹੁਣ 41ਵੀਂ ਪੌੜੀ ਪਾਠ ਰੂਪ ਵਿੱਚ ਆਪਾਂ ਸਰਵਣ ਕੀਤੀ ਹੈ। ਸੋ ਆਓ ਇਸ ਪਾਵਨ ਪੌੜੀ ਦੀ ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੀਏ, ਮਾਲਕ ਸਤਿਗੁਰੂ ਸੋਝੀ ਸਮਤ ਸਮਰੱਥਾ ਦੇ ਕੇ ਇਸ ਮਹਾਨ ਰਚਨਾ ਦੀ ਪਾਵਨ ਵਿਚਾਰ ਦੀ ਆਪ ਸੋਝੀ ਬਖਸ਼ਿਸ਼ ਕਰਨੀ। ਸੋ ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਮਾਲਕ ਦੀ ਅਸੀਸ ਲੈਂਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਹ ਸੁਣ ਬਚਨ ਜੋਗੀਸਰਾ, ਮਾਰ ਕਿਲਕ ਬਹੁ ਰੂਈ ਉਠਾਈ। ਸੋ ਪਿਛਲੀਆਂ ਪੌੜੀਆਂ 'ਚ ਆਪਾਂ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਵਟਾਲੇ ਆਈ। ਅਚਲ ਵਟਾਲਾ ਸਾਹਿਬ ਦੀ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ ਜੀ ਆਏ। ਉੱਥੇ ਬੈਠੇ ਹੋਏ ਸਿੱਧਾਂ ਨੇ ਜੋ ਰਾਸਧਾਰੀਏ ਸਨ, ਉਹਨਾਂ ਦਾ ਲੋਟਾ ਲੁਕਾਇਆ। ਗੁਰੂ ਨਾਨਕ ਪਾਤਸ਼ਾਹ ਨੇ ਜ਼ਾਹਰ ਕਲਾ ਪ੍ਰਗਟ ਕਰ ਦਿੱਤਾ। ਜੋਗੀਆਂ ਨੇ ਖੁਣਸ ਖਾਧੀ ਹੈ, ਖਾਧੀ ਖੁਣਸ ਜੋਗੀਸਰਾਂ, ਗੋਸ਼ਟ ਕਰਨ ਸਭੇ ਉਠ ਆਈ। ਗੁਰੂ ਨਾਨਕ ਪਾਤਸ਼ਾਹ ਨਾਲ ਵਿਚਾਰ ਪ੍ਰਾਰੰਭ ਹੋਈ, ਜਿਸ ਵਿਚਾਰ ਦੇ ਤਹਿਤ ਇਹ ਉਲਾਮਾ ਦਿੱਤਾ ਗਿਆ ਕਿ ਤੁਸੀਂ ਦੁੱਧ ਦੇ ਵਿੱਚ ਕਾਂਜੀ ਪਾਤੀ ਹੈ, ਸੰਨਿਆਸੀ ਭੇਖ ਉਤਾਰ ਕੇ ਤੁਸੀਂ ਗ੍ਰਸਤੀਆਂ ਦਾ ਬਾਣਾ ਜਿਹੜਾ ਉਹ ਧਾਰਨ ਕਰ ਲਿਆ। ਸੋ ਇੰਜ ਇਸ 41ਵੀਂ ਪੌੜੀ ਵਿੱਚ ਭਾਈ ਸਾਹਿਬ ਜੀ ਜ਼ਿਕਰ ਕਰਦੇ ਜੋਗੀਆਂ ਨੇ ਅਗਾਂਹ ਜੋ ਕੁਝ ਕੀਤਾ ਹੈ, ਉਹਨਾਂ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਫਿਰ ਉਹਨਾਂ ਜੋ ਕਾਰਨ ਕੀਤਾ, ਜਾਂ ਜੋ ਇੰਜ ਕਹਿ ਲਈਏ ਆਪਣੀ ਸ਼ਕਤੀ ਵਿਖਾਉਣ ਦੇ ਵਾਸਤੇ ਜੋ ਵਿਚਾਰ ਕੀਤਾ, ਉਹਦਾ ਜ਼ਿਕਰ ਅੱਜ ਆਪਾਂ ਸਰਵਣ ਕਰ ਰਹੇ ਹਾਂ। ਇਹ ਸੁਣ ਬਚਨ ਜੋਗੀਸਰਾ, ਮਾਰ ਕਿਲਕ ਬਹੁ ਰੂਏ ਉਠਾਈ। ਜਦੋਂ ਉਹਨਾਂ ਕਿਹਾ ਗੁਰੂ ਨਾਨਕ ਪਾਤਸ਼ਾਹ ਨੂੰ ਤੁਸੀਂ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ, ਤਾਂ ਸਾਹਿਬ ਜੀ ਨੇ ਜਵਾਬ ਦਿੱਤਾ, ਤੇਰੀ ਮਾਂ ਕੋ ਚੱਜੀ ਆਹੀ। ਭੰਗਰਨਾਥ ਨੂੰ ਕਿਹਾ ਤੇਰੀ ਮਾਂ ਕੋ ਚੱਜੀ, ਜਿਹਨੇ ਤੁਹਾਨੂੰ ਭਾਂਡਾ ਧੋਏ ਨਾ ਜਾਤੇ ਹੋਣ, ਜਿਹਨੇ ਬੁੱਧੀ ਰੂਪ ਭਾਂਡਾ ਜਿਹੜਾ ਹੈ ਇਹ ਧੋਤਾ ਨਹੀਂ, ਹਿਰਦੇ ਦਾ ਭਾਂਡਾ ਤੁਹਾਡਾ ਬੁੱਧੀ ਰੂਪ ਮਾਂ ਕੋ ਚੱਜੀ ਹੈ, ਜਿਹਨੂੰ ਚੱਜ ਨਹੀਂ ਸੀ। ਇਸ ਕਰਕੇ ਤੁਸੀਂ ਤੇ ਸਾਰਾ ਦੁੱਧ ਹੀ ਜਿਹੜਾ ਉਹ ਸਾੜ ਕੇ ਰੱਖ ਦਿੱਤਾ, ਕਿਉਂਕਿ ਗ੍ਰਸਤੀਆਂ ਦੇ ਘਰੋਂ ਤੁਸੀਂ ਮੰਗਣ ਜਾਂਦੇ ਹੋ। ਜਦੋਂ ਇਸ ਤਰ੍ਹਾਂ ਸੱਚੇ ਬਚਨ ਗੁਰੂ ਨਾਨਕ ਨੇ ਸਾਹਮਣੇ ਹੋ ਕਰਕੇ ਕਹੇ, ਪਹਿਲਾਂ ਹੀ ਗੁੱਸੇ ਦੇ ਵਿੱਚ ਸੀ ਸਿੱਧ, ਇਸ ਤਰ੍ਹਾਂ ਆਪਣੀ ਬੇਇੱਜ਼ਤ ਹੋਈ ਦੇਖ ਕਰਕੇ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਆ ਕਰਕੇ ਮਾਰੀ ਕਿਲਕ, ਭਾਵ ਉੱਚੀ ਸਾਰੀ ਆਵਾਜ਼ ਦੇਣੀ, ਜਿਵੇਂ ਆਪਾਂ ਕਹਿੰਦੇ ਕਿਲਕਾਰੀ ਮਾਰਨੀ, ਇਸ ਤਰ੍ਹਾਂ
ਭਬਕ ਕੇ ਉੱਠੇ। ਕ੍ਰੋਧ ਵਿੱਚ, ਗੁੱਸੇ ਵਿੱਚ ਇੱਕਦਮ ਜਿਵੇਂ ਆਪਾਂ ਉੱਠਦੇ ਹਾਂ, ਇਸ ਤਰ੍ਹਾਂ ਇਹ ਬਚਨ ਸੁਣ ਕੇ ਗੁਰੂ ਨਾਨਕ ਦੇ ਜੋਗੀਸਰਾਂ ਨੇ ਮਾਰ ਕਿਲਕ, ਜ਼ੋਰ ਦੇ ਨਾਲ ਆਵਾਜ਼ ਕੱਢੀ, ਕਿਲਕਾਰੀ ਮਾਰੀ, ਭਬਕ ਮਾਰੀ, ਤੇ ਫਿਰ ਕੀ ਕੀਤਾ, ਬਹੁ ਰੂਏ ਉਠਾਈ। ਰੂਏ ਦਾ ਅਰਥ ਹੈ ਬਹੁਤ ਰੂਹਾਂ ਜਿਹੜੀਆਂ ਸਨ ਉਹ ਉਠਾਈਆਂ ਆਪਣੀਆਂ ਸ਼ਕਤੀਆਂ ਦੇ ਨਾਲ, ਭਾਵ ਕਈ ਭੂਤ ਪ੍ਰੇਤ ਆਦਿਕ ਜਿਹੜੇ ਸੀ ਉਹ ਰੂਪ ਉਹਨਾਂ ਨੇ ਧਾਰ ਲਏ। ਕੋਈ ਕਿਸੇ ਤਰ੍ਹਾਂ ਦਾ ਭਿਆਨਕ ਰੂਪ ਧਾਰ ਗਿਆ, ਕੋਈ ਕਿਸੇ ਤਰ੍ਹਾਂ ਦਾ ਭਿਆਨਕ ਰੂਪ ਧਾਰਨ ਕਰ ਲਿਆ। ਫਿਰ ਨਾਲ ਕਹਿੰਦੇ ਨੇ, ਖਟ ਦਰਸ਼ਨ ਕਉ ਖੇਦਿਆ, ਕਲ ਜੁਗ ਨਾਨਕ ਬੇਦੀ ਆਈ। ਖਟ ਦਰਸ਼ਨਾਂ ਨੂੰ, ਖਟ ਦਰਸ਼ਨ ਜੋ ਸਾਧੂ ਸਮਾਜ ਹੈ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਲ ਯੁੱਗ ਵਿੱਚ ਆ ਕੇ ਨਿਖੇਧ ਕਰ ਦਿੱਤਾ ਹੈ। ਸੋ ਉਲਾਮਾ ਹੈ ਉਹਨਾਂ ਦਾ ਕਿ ਗੁਰੂ ਨਾਨਕ ਨੇ ਸਾਡਾ ਖਟ ਦਰਸ਼ਨ ਜਿਹੜਾ ਸਾਧੂ ਸਮਾਜ ਹੈ ਉਹਦਾ ਨਿਖੇਧ ਕਰ ਦਿੱਤਾ ਹੈ। ਇੱਕ ਨਿਖੇਧ ਦਾ ਅਰਥ ਹੁੰਦਾ ਨਿਸ਼ੇਧ ਕਰ ਦੇਣਾ, ਜਿਵੇਂ ਉਹਨੂੰ ਖੰਡਨ ਕਰ ਦੇਣਾ। ਇੱਕ ਨਿਖੇਧ ਦਾ ਅਰਥ ਹੁੰਦਾ ਹੈ ਜਿਵੇਂ ਅਸੀਂ ਕਹਿੰਦੇ ਚੀਜ਼ ਨਿਖੇਧ ਹੈ, ਮਾੜੀ ਹੈ। ਉਹ ਕਹਿੰਦੇ ਸਾਡਾ ਜਿਹੜਾ ਭੇਖ ਸੀ ਖਟ ਦਰਸ਼ਨ ਸਾਧੂ ਸਮਾਜ, ਗੁਰੂ ਨਾਨਕ ਨੇ ਪਹਿਲਾਂ ਧਾਰਨ ਕਰ ਲਿਆ ਸੰਨਿਆਸੀਆਂ ਵਾਲਾ, ਉਸ ਤੋਂ ਬਾਅਦ ਗ੍ਰਸਤੀਆਂ ਦਾ ਧਾਰਨ ਕਰਕੇ ਸਾਡੇ ਭੇਖ ਨੂੰ ਨਿਖਿੱਧ ਕਰਕੇ ਰੱਖ ਦਿੱਤਾ, ਅਪਵਿੱਤਰ ਕਰਕੇ ਰੱਖ ਦਿੱਤਾ ਹੈ। ਤੋ ਇਹ ਵੀ ਉਲਾਮਾ ਦਿੱਤਾ। ਫਿਰ ਸਿੱਧ ਬੋਲਨ ਸਭ ਅਵਖਦੀਆਂ, ਤੰਤਰ ਮੰਤਰ ਕੀ ਧੁਨੋ ਚੜ੍ਹਾਈ। ਫਿਰ ਪਹਿਲਾਂ ਭੂਤਾਂ ਪ੍ਰੇਤਾਂ ਦਾ ਰੂਪ ਉਹਨਾਂ ਨੇ ਧਾਰਨ ਕੀਤਾ। ਕਈ ਸਿੱਧ ਫਿਰ ਉਹਨਾਂ ਵਿੱਚੋਂ ਕੀ ਕਰਨ ਲੱਗੇ, ਤੰਤਰਾਂ ਮੰਤਰਾਂ ਦੀਆਂ ਧੁਨੀਆਂ ਜਿਹੜੀਆਂ ਸੀ ਉਹ ਉੱਚੀ ਆਵਾਜ਼ਾਂ ਜਿਹੜੀਆਂ ਸੀ ਉਹ ਸੁਣਾਉਣ ਲੱਗੇ, ਭਾਵ ਉੱਚੀ ਉੱਚੀ ਮੰਤਰ ਤੰਤਰ ਜਿਹੜੇ ਸਨ ਉਹਨਾਂ ਨੂੰ ਪੜ੍ਹਨ ਲੱਗੇ ਉੱਚੀ ਉੱਚੀ ਬੋਲ ਕੇ। ਸੋ ਇਹਨਾਂ ਨੂੰ ਪੜ੍ਹਦਿਆਂ ਹੋਇਆਂ ਧੁਨੀ ਜਿਹੜੀ ਸੀ ਇਹਨੂੰ ਉਠਾਇਆ ਗਿਆ ਅਤੇ ਸਾਰੀਆਂ ਔਖਦੀਆਂ ਜਿਹੜੀਆਂ ਸੀ ਉਹ ਦੱਸਣ ਲੱਗੇ। ਔਖਦੀਆਂ ਦਾ ਅਰਥ ਹੁੰਦਾ ਹੈ ਇੱਕ ਤਾਂ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਣੇ, ਔਖਾਂ ਪੀੜਾਂ ਆ ਜਾਣੀਆਂ, ਉਹ ਦੱਸਣ ਲੱਗੇ ਅਸੀਂ ਤੇਰੇ ਤੋਂ ਇੰਨੇ ਤੰਗ ਹਾਂ। ਦੂਜਾ ਔਖਦੀਆਂ ਦਾ ਅਰਥ ਜਿਹੜਾ ਹੈ ਉਹ ਔਸ਼ਧੀ, ਅਤੇ ਔਸ਼ਧੀ ਦਾ ਅਰਥ ਹੈ ਦਵਾਈ। ਸੋ ਇਸ ਤਰ੍ਹਾਂ ਇਹਦਾ ਇੱਕ ਹੋਰ ਵੀ ਅਰਥ ਬਣਦਾ ਹੈ ਕਿ ਉਹਨਾਂ ਨੇ ਇਹਨਾਂ ਤੰਤਰਾਂ ਮੰਤਰਾਂ ਦੇ ਧਨੁਖ ਦੇ ਉੱਤੇ ਚੜ੍ਹਾ ਕੇ, ਕਿਉਂਕਿ ਉੱਚੀ ਆਵਾਜ਼ ਕੱਢਣੀ ਮਤਲਬ ਇਹ ਤੰਤਰਾਂ ਮੰਤਰਾਂ ਦੇ ਧਨੁਖ ਦੇ ਉੱਤੇ ਉਹਨਾਂ ਨੇ ਚੜ੍ਹਾ ਕੇ ਔਖਦੀਆਂ ਜਿਹੜੀਆਂ ਸੀ ਅਰਥਾਤ ਇਹ ਬੂਟੀਆਂ ਦੇ ਤੀਰ ਜਿਹੜੇ ਸਨ ਇਹਨਾਂ ਨੂੰ ਚਲਾਉਣ ਲੱਗੇ ਤੰਤਰਾਂ ਮੰਤਰਾਂ ਦੇ, ਕਿਉਂਕਿ ਉਹ ਇਹ ਪ੍ਰਗਟ ਕਰਨਾ ਚਾਹੁੰਦੇ ਸੀ ਸਾਡੇ ਕੋਲ ਐਸੀਆਂ ਔਸ਼ਧੀਆਂ ਨੇ, ਅਸੀਂ ਇੱਕ ਔਸ਼ਧੀ ਇੱਕ ਬੂਟੀ ਦੇ ਨਾਲ ਲੋਹੇ ਨੂੰ ਸੋਨਾ ਬਣਾ ਸਕਦੇ ਹਾਂ। ਕੁਝ ਵੈਦ ਇਸ ਧਰਤੀ 'ਤੇ ਅੱਜ ਵੀ ਸ਼ਾਇਦ ਮੌਜੂਦ ਹੋਣ ਜਿਹੜੇ ਔਸ਼ਧੀਆਂ ਦੇ ਨਾਲ, ਦਵਾਈਆਂ ਬੂਟੀਆਂ ਦੇ ਨਾਲ ਉਹ ਸੋਨਾ ਬਣਾ ਲੈਂਦੇ ਨੇ। ਇੱਕ ਤਾਂ ਸੋਨੇ ਨੂੰ ਭਸਮ ਕਰਦੇ ਨੇ, ਇੱਕ ਐਸੇ ਨੇ ਜਿਹੜੇ ਸੋਨਾ ਬਣਾ ਲੈਂਦੇ ਨੇ। ਸੋ ਇਹ ਬਹੁਤ ਵੱਡੀਆਂ ਇੱਕ ਦਵਾਈਆਂ, ਇੱਕ ਬਹੁਤ ਵੱਡੇ ਵੈਦਾਂ ਦਾ ਗੁਣ ਸੀਗਾ। ਸੋ ਇਸ ਤਰ੍ਹਾਂ ਉਹਨਾਂ ਨੇ ਕਿਲਕਾਰੀਆਂ ਮਾਰ ਕੇ ਉੱਚੀ ਉੱਚੀ ਮੰਤਰ ਪੜ੍ਹ ਕੇ ਜਿੱਥੇ ਆਵਾਜ਼ਾਂ ਕੱਢੀਆਂ ਡਰਾਉਣ ਲਈ, ਉੱਥੇ ਇਹ ਵੀ ਉਹਨਾਂ ਨੇ ਪ੍ਰਗਟ ਕੀਤਾ ਕਿ ਅਸੀਂ ਇੰਨੇ ਵੱਡੇ ਵੈਦ ਵੀ ਹਾਂ, ਅਸੀਂ ਇੱਕ ਬੂਟੀ ਨਾਲ ਸੋਨਾ ਬਣਾ ਸਕਦੇ ਹਾਂ, ਅਸੀਂ ਇੱਕ ਬੂਟੀ ਦੇ ਨਾਲ ਤੁਹਾਡੇ ਸਰੀਰ ਦਾ ਨੁਕਸਾਨ ਕਰ ਸਕਦੇ ਹਾਂ। ਭਾਵ ਸਾਡੇ ਕੋਲ ਐਸੀ ਕਲਾ ਹੈ, ਸਾਡੇ ਕੋਲ ਐਸਾ ਗੁਣ ਹੈ। ਫਿਰ ਅੱਗੇ ਜ਼ਿਕਰ ਕਰਦੇ, ਰੂਪ ਵਟਾਏ ਜੋਗੀਆਂ, ਸਿੰਘ ਬਾਘ ਬਹੁ ਚਲਿਤ ਦਿਖਾਈ। ਇਸ ਤਰ੍ਹਾਂ ਕਿਸੇ ਨੇ ਸ਼ੇਰ ਦਾ ਅਤੇ ਕਿਸੇ ਨੇ ਬਾਘ, ਬਘਿਆੜ ਦਾ ਰੂਪ ਜਿਹੜਾ ਸੀ ਇਹ ਧਾਰਨ ਕਰਕੇ ਜੋਗੀਆਂ ਨੇ ਆਪਣੇ ਆਪਣੇ ਰੂਪ ਵਟਾ ਕਰਕੇ ਬਹੁਤ ਚਲਿਤ ਦਿਖਾਈ, ਬੜੇ ਕੌਤਕ ਦਿਖਾਏ। ਜਿਸ ਤਰ੍ਹਾਂ ਸੁਮੇਰੂ ਪਰਬਤ ਦੇ ਜੋਗੀਆਂ ਨੇ ਵੀ ਬੜਾ ਕੁਛ ਕੀਤਾ ਸਿੱਧਾਂ ਨੇ। ਹੁਣ ਇਹਨਾਂ ਜੋਗੀਆਂ ਨੇ ਕੀ ਕੀਤਾ ਹੈ, ਕੋਈ ਸ਼ੇਰ ਬਣਦਾ ਹੈ, ਕੋਈ ਬਘਿਆੜ ਬਣ ਜਾਂਦਾ ਹੈ, ਤਾਂ ਕਿ ਮੇਲੇ ਦੇ ਵਿੱਚ ਇਕੱਠੇ ਹੋਏ ਲੋਕ ਵੀ ਇਸ ਰੂਪ ਤੋਂ ਡਰ ਜਾਣਗੇ। ਇੱਕ ਤਾਂ ਇਹ ਸੀ ਕਿ ਲੋਕ ਜਦੋਂ ਡਰ ਗਏ, ਇਹਨਾਂ ਨੇ ਆਪੇ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਛੱਡ ਕੇ ਭੱਜ ਉੱਠਣਾ। ਕਿੰਨੇ ਵੇਖਣਾ ਕਿ ਅਸੀਂ ਗੁਰੂ ਨਾਨਕ ਦੀ ਸ਼ਰਨ ਚਲੇ ਜਾਈਏ। ਲੋਕ ਜਦੋਂ ਡਰਦੇ ਨੇ ਫਿਰ ਜਿੱਧਰ ਕਿਸੇ ਨੂੰ ਰਾਹ ਮਿਲੇ ਉੱਧਰ ਭੱਜ ਜਾਂਦੇ ਨੇ। ਇੱਕ ਤਾਂ ਇਹ ਮੇਲੇ ਦੀ ਭੀੜ ਜਿਹੜੀ ਗੁਰੂ ਨਾਨਕ ਦੇ ਦਰ ਇਕੱਠੀ ਹੋਈ ਹੈ, ਇਹ ਸਾਰੀ ਖਿੰਡ ਪੁੰਡ ਜਾਏਗੀ। ਦੂਜਾ, ਸਾਡੀਆਂ ਸ਼ਕਤੀਆਂ ਨੂੰ ਦੇਖ ਕੇ ਗੁਰੂ ਨਾਨਕ ਵੀ ਸ਼ਾਇਦ ਭੈਭੀਤ ਹੋ ਜਾਣਗੇ। ਸੋ ਇਸ ਤਰ੍ਹਾਂ ਕ੍ਰੋਧ ਵਿੱਚ ਆ ਕੇ ਇਹ ਬਘਿਆੜ ਤੇ ਸ਼ੇਰ ਦੀ ਤਰ੍ਹਾਂ ਰੂਪ ਧਾਰਨ ਕਰਦੇ ਨੇ। ਹੋਰ ਵੀ ਅਰਥ ਕਰੀਏ ਤਾਂ ਜਦੋਂ ਮਨੁੱਖ ਦੇ ਅੰਦਰ ਅੱਜ ਵੀ ਕ੍ਰੋਧ ਆਉਂਦਾ ਹੈ ਅਤੇ ਉਹ ਸਰੀਰਕ ਤੌਰ 'ਤੇ ਭਾਵੇਂ ਸ਼ੇਰ ਵਰਗਾ ਆਪਣਾ ਰੂਪ ਨਾ ਬਣਾਵੇ, ਬਘਿਆੜ ਵਰਗਾ ਨਾ ਬਣੇ, ਪਰ ਜਿਸ ਤਰ੍ਹਾਂ ਸ਼ੇਰ ਸ਼ਿਕਾਰ ਕਰਨ ਵਾਸਤੇ ਤਤਪਰ ਰਹਿੰਦਾ, ਆਵਾਜ਼ਾਂ ਕੱਢਦਾ ਉੱਚੀਆਂ,
ਅੱਜ ਵੀ ਮਨੁੱਖ ਨੂੰ ਜਦੋਂ ਕ੍ਰੋਧ ਚੜ੍ਹਦਾ ਫਿਰ ਉਹ ਕਿਸੇ ਨੂੰ ਸ਼ਿਕਾਰ ਕਰਦਾ, ਕਿਸੇ ਨੂੰ ਆਪਣੀ ਕ੍ਰੋਧ ਦੀ ਲਪੇਟ ਵਿੱਚ ਲੈ ਕੇ ਆਉਂਦਾ, ਕਿਸੇ ਨਾ ਕਿਸੇ ਨੂੰ ਮਾਰਦਾ ਹੈ, ਕਿਸੇ ਨਾ ਕਿਸੇ ਦਾ ਨੁਕਸਾਨ ਪਹੁੰਚਾਉਂਦਾ ਹੈ, ਬਘਿਆੜ ਦੀ ਤਰ੍ਹਾਂ ਵੀ ਕਰਦਾ ਹੈ। ਸੋ ਇਸ ਤਰ੍ਹਾਂ ਮਨੁੱਖ ਅੱਜ ਕਰਦਾ, ਪਰ ਉਹ ਅਸਲ ਦੇ ਵਿੱਚ ਉਹਨਾਂ ਨੇ ਸ਼ੇਰ ਤੇ ਬਘਿਆੜ ਦੇ ਰੂਪ ਧਾਰਨ ਕੀਤੇ। ਭਾਵ ਇਹ ਹੈ, ਜਦੋਂ ਬੰਦੇ ਨੂੰ ਕ੍ਰੋਧ ਆਉਂਦਾ ਤਾਂ ਕ੍ਰੋਧ ਵਿੱਚ ਬੰਦਾ ਫਿਰ ਇਸ ਤਰ੍ਹਾਂ ਕਰਦਾ ਹੈ। ਇੱਕ ਪਰ ਕਰਕੇ ਉੱਡਰਨ ਪੰਖੀ ਜਿਵੇਂ ਰਹਿ ਲੀਲਾਈ। ਫਿਰ ਇੱਕ ਦਾ ਮਤਲਬ ਉਹਨਾਂ ਵਿੱਚੋਂ ਕੁਝ ਕੁ ਜਿਹੜੇ ਨੇ ਉਹਨਾਂ ਨੇ ਆਪਣੇ ਸਰੀਰਾਂ ਨੂੰ ਖੰਭ ਲਾ ਕੇ ਉੱਡਣ ਲੱਗ ਪਏ। ਇੱਕ ਜੋਗੀ ਜਿਹੜਾ ਹੈ ਉਹ ਸਰੀਰ ਨੂੰ ਖੰਭ ਲਾ ਕੇ ਉੱਡਣ ਲੱਗ ਪਿਆ। ਫਿਰ ਇੱਕ ਇੱਥੇ ਬਹੁਵਚਨ ਵੱਲ ਵੀ ਇਸ਼ਾਰਾ ਕਰਦੇ, ਜਿਵੇਂ ਇੱਕ ਨਾ ਨੂੰ ਸਭ ਸੋਝੀ ਆਈ। ਉੱਥੇ ਜਿਸ ਤਰ੍ਹਾਂ ਇੱਕ ਸ਼ਬਦ ਨੂੰ ਅਸੀਂ ਕਹਿੰਦੇ ਇੱਕ ਇਸ ਤਰ੍ਹਾਂ ਵੀ ਕਰਨ ਲੱਗ ਪਏ। ਸੋ ਇਹ ਅਰਥ ਦੇ ਅੰਦਰ ਵੀ ਸਾਰੇ ਜੋਗੀ ਇੱਕੋ ਕੁਛ ਨਹੀਂ ਕਰਦੇ। ਕੋਈ ਸ਼ੇਰ ਬਘਿਆੜ ਬਣ ਗਿਆ, ਕਿਸੇ ਨੇ ਭੂਤ ਪ੍ਰੇਤ ਦਾ ਰੂਪ ਧਾਰਨ ਕਰ ਲਿਆ, ਕੋਈ ਜੰਤਰ ਮੰਤਰ ਬੋਲਣ ਲੱਗ, ਕੋਈ ਮੰਤਰ ਤੰਤਰ ਬੋਲਣ ਲੱਗ ਪਿਆ। ਫਿਰ ਇੱਕ ਨਾ ਜਿਹੜੇ ਸੀ ਉਹਨਾਂ ਨੇ ਸਰੀਰਾਂ 'ਤੇ ਖੰਭ ਬਣਾ ਲਏ, ਅਤੇ ਜਿਵੇਂ ਆਕਾਸ਼ ਵਿੱਚ ਪੰਛੀ ਉੱਡਦੇ ਨੇ, ਤਾਰੀਆਂ ਲਾਉਂਦੇ ਨੇ, ਇਸ ਤਰ੍ਹਾਂ ਆਕਾਸ਼ ਦੇ ਵਿੱਚ ਉੱਡਣ ਲੱਗ ਪਏ ਅਤੇ ਆਪਣੀ ਬਹੁਤ ਲੀਲਾਈ, ਆਪਣੀਆਂ ਲੀਲਾ, ਆਪਣੇ ਕੌਤਕ ਜਿਹੜੇ ਸਨ ਉਹ ਵਿਖਾਉਣ ਲੱਗੇ। ਜੇ ਅੱਜ ਦੇ ਹਿਸਾਬ ਨਾਲ ਕਹਾਂ, ਅੱਜ ਵੀ ਜਦੋਂ ਮਨੁੱਖ ਨੂੰ ਕ੍ਰੋਧ ਆਉਂਦਾ ਹੈ ਤਾਂ ਉਹ ਬੰਦਾ ਆਪਣੀ ਹਉਮੈ ਦੇ ਖੰਭ ਲਾ ਕੇ ਆਕਾਸ਼ ਵਿੱਚ ਉੱਡਦਾ। ਫਿਰ ਉਹ ਕਹਿੰਦਾ ਮੈਂ ਦੇਖ ਲਵਾਂਗਾ, ਤੂੰ ਮੇਰੇ ਸਾਹਮਣੇ ਕੀ ਚੀਜ਼ ਹੈ, ਮੈਂ ਤਾਂ ਬਹੁਤ ਵੱਡਾ ਹਾਂ, ਮੇਰੀ ਪਹੁੰਚ ਬਹੁਤ ਉੱਚੀ ਹੈ। ਉੱਚੀ ਦਾ ਮਤਲਬ ਜਿਸ ਤਰ੍ਹਾਂ ਪੰਛੀ ਦੀ ਉਡਾਰੀ ਬੜੀ ਉੱਚੀ ਹੈ, ਹੰਕਾਰ ਦੇ ਖੰਭ ਜਦੋਂ ਮਨੁੱਖ ਨੂੰ ਲੱਗ ਜਾਂਦੇ ਫਿਰ ਉਹ ਕਹਿੰਦਾ ਮੇਰੀ ਪਹੁੰਚ ਬਹੁਤ ਉੱਚੀ ਹੈ, ਮੈਂ ਬੜੀ ਦੂਰ ਤੱਕ ਚਲਾ ਜਾਣਾ, ਤੂੰ ਤੇ ਮੇਰੇ ਸਾਹਮਣੇ ਕੁਛ ਵੀ ਨਹੀਂ। ਜਦੋਂ ਪੰਛੀ ਆਕਾਸ਼ ਵਿੱਚ ਉੱਡਦਾ, ਪੰਛੀ ਤੋਂ ਭਾਵੇਂ ਮਨੁੱਖ ਦਾ ਸਰੀਰ ਕਿੰਨਾ ਵੀ ਵੱਡਾ ਹੈ, ਪਰ ਉੱਡਦੇ ਹੋਏ ਪੰਛੀ ਨੂੰ ਮਨੁੱਖ ਜਿਹੜਾ ਬੜਾ ਛੋਟਾ ਜਿਹਾ ਦਿਸਦਾ ਹੈ। ਜਦੋਂ ਆਪਾਂ ਜਹਾਜ਼ ਦੇ ਵਿੱਚ ਉੱਡਦੇ ਹਾਂ, ਪਹਾੜ ਭਾਵੇਂ ਕਿੰਨੇ ਵੀ ਵੱਡੇ ਕਿਉਂ ਨਾ ਹੋਣ, ਪਰ ਆਸਮਾਨ ਵਿੱਚ ਉੱਡਦਿਆਂ ਵੱਡੇ ਵੱਡੇ ਪਹਾੜ ਵੀ ਮਿੱਟੀ ਦੇ ਟਿੱਬਿਆਂ ਦੀ ਨਿਆਈ ਦਿਸਦੇ ਨੇ। ਜਦੋਂ ਬੰਦਾ ਉੱਚਾ ਉੱਡਦਾ ਹੈ ਉਹਨੂੰ ਆਪਣੇ ਤੋਂ ਵੱਡੀਆਂ ਚੀਜ਼ਾਂ ਵੀ ਛੋਟੀਆਂ ਦਿਸਦੀਆਂ ਨੇ। ਜਦੋਂ ਬੰਦੇ ਦੇ ਅੰਦਰ ਕ੍ਰੋਧ ਆਉਂਦਾ ਹੈ, ਹਉਮੈ ਦੇ ਖੰਭ ਲੱਗ ਜਾਂਦੇ ਨੇ, ਕਿਸੇ ਦੀ ਸਪੋਰਟ ਦੇ ਖੰਭ ਲੱਗ ਜਾਂਦੇ ਨੇ, ਫਿਰ ਉਹ ਇੰਨਾ ਕੁ ਹੰਕਾਰੀ ਹੋ ਕੇ ਉੱਡਦਾ ਕਿ ਉਹ ਵੱਡਿਆਂ ਵੱਡਿਆਂ ਨੂੰ ਵੀ ਕਹਿੰਦਾ ਕੋਈ ਗੱਲ ਨਹੀਂ, ਮੈਂ ਦੇਖ ਲਵਾਂਗਾ ਤੈਨੂੰ, ਤੂੰ ਮੇਰੇ ਸਾਹਮਣੇ ਕੁਛ ਵੀ ਨਹੀਂ ਹੈ। ਸੋ ਅੱਗੇ ਫਿਰ ਜ਼ਿਕਰ ਕਰਦੇ, ਇੱਕ ਨਾ ਨਾਗ ਹੋਏ ਪਾਉਣ ਛੋੜਿਆ, ਇੱਕ ਨਾ ਵਰਖਾ ਅਗਨ ਵਸਾਈ। ਫਿਰ ਇੱਕ ਨਾ, ਕਈ ਜੋਗੀ ਜਿਹੜੇ ਸੀ ਉਹ ਸੱਪ ਦਾ ਰੂਪ ਧਾਰਨ ਕਰਕੇ, ਅਤੇ ਸੱਪ ਜਿਸ ਤਰ੍ਹਾਂ ਫੁੰਕਾਰੇ ਮਾਰਦਾ, ਪਾਉਣ ਛੋੜਿਆ। ਸੱਪ ਜਦੋਂ ਫੁੰਕਾਰਾ ਮਾਰਦਾ ਉਹਦੇ 'ਚੋਂ ਹਵਾ ਨਿਕਲਦੀ ਹੈ, ਕਿੰਨੀ ਆਵਾਜ਼ ਆਉਂਦੀ ਉਸ ਹਵਾ ਦੀ, ਅਤੇ ਆਪਾਂ ਨੂੰ ਬੜੇ ਭਲੀ ਭਾਂਤ ਪਤਾ ਹੈ। ਕਈ ਦਫਾ ਖੇਤਾਂ ਦੇ ਵਿੱਚ ਕੰਮ ਕਰਦਿਆਂ ਹੋਇਆਂ ਬੰਦੇ ਦਾ ਅਚਾਨਕ ਪੈਰ ਜਿਹੜਾ ਉਹ ਕਿਸੇ ਸੱਪ ਦਿਸਦਾ ਨਹੀਂ, ਕਈ ਵਾਰ ਕਿਸੇ ਜਗ੍ਹਾ 'ਤੇ ਲੁਕਿਆ ਹੋਵੇ, ਖੁੱਡ ਦੇ ਵਿੱਚੋਂ ਥੋੜ੍ਹਾ ਜਿਹਾ ਮੂੰਹ ਬਾਹਰ ਕੱਢ ਕੇ, ਜਾਂ ਕਿਸੇ ਝਾੜੀ 'ਚ ਬੈਠਾ ਹੋਵੇ, ਕੋਲੋਂ ਕੋਈ ਲੰਘੇ ਤਾਂ ਉਹਨੂੰ ਫੂਕ ਮਾਰ ਦਿੰਦਾ, ਦੱਸਦਾ ਨਹੀਂ, ਦੂਰੋਂ ਫੂਕ ਮਾਰ ਦਿੰਦਾ। ਫਿਰ ਵੀ ਉਸ ਬੰਦੇ ਦੇ ਸਰੀਰ ਉੱਤੇ ਉਹਦੀ ਫੂਕ ਦਾ ਅਸਰ ਹੁੰਦਾ, ਉੱਥੇ ਜ਼ਖਮ ਹੁੰਦਾ, ਉੱਥੇ ਜ਼ਹਿਰੀਲਾਪਣ ਜਿਹੜਾ ਹੈ ਉਹ ਥੋੜ੍ਹਾ ਜਿਹਾ ਪਕੜ ਲੈਂਦੀ ਹੈ ਉਹਦੀ ਚਮੜੀ, ਅਤੇ ਸ਼ਬਦ ਕਿਹਾ ਜਾਂਦਾ ਸੱਪ ਨੇ ਫੂਕ ਦਿੱਤਾ, ਸੱਪ ਨੇ ਫੂਕ ਮਾਰ ਦਿੱਤੀ। ਉਹਦੇ ਲੋਕ ਇਲਾਜ ਵੀ ਕਰਾਉਂਦੇ ਨੇ, ਕਈ ਲੋਕ ਉਹਦੇ ਫਿਰ ਅਗਿਆਨਤਾ ਵਸ ਜੰਤਰ ਮੰਤਰ ਕਰਵਾਉਣ ਲੱਗ ਪੈਂਦੇ। ਸੋ ਭਾਵ ਸੱਪ ਜਿਵੇਂ ਫੁੰਕਾਰੇ ਮਾਰਦਾ ਹੈ, ਤਾਂ ਕੋਈ ਜੋਗੀ ਜਿਹੜੇ ਸੀ ਉਹਨਾਂ ਨੇ ਸੱਪ ਦੇ ਰੂਪ ਧਾਰਨ ਕਰਕੇ ਪਾਉਣ ਛੋੜਿਆ, ਉੱਚੀ ਉੱਚੀ ਫੁੰਕਾਰੇ ਮਾਰਨ ਲੱਗੇ। ਇੱਕ ਨਾ ਵਰਖਾ ਅਗਨ ਵਸਾਈ, ਅਤੇ ਇੱਕ ਨਾ ਨੇ ਆਪਣੇ ਮੂੰਹ ਦੇ ਵਿੱਚੋਂ ਅੱਗ ਦੀ ਵਰਖਾ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ। ਇਹ ਉਹਨਾਂ ਜੋਗੀਆਂ ਨੇ ਕੀਤਾ। ਅਤੇ ਮੈਂ ਜ਼ਿਕਰ ਕਰਾਂ, ਕ੍ਰੋਧ ਦਾ ਇੱਥੇ ਇਸ਼ਾਰਾ ਹੈ। ਜਦੋਂ ਬੰਦੇ 'ਚ ਕ੍ਰੋਧ ਆਉਂਦਾ ਹੈ ਨਾ, ਜੋਗੀਆਂ 'ਚ ਕ੍ਰੋਧ ਆਇਆ, ਇੰਨੀ ਤਪੱਸਿਆ ਕਰਨ ਵਾਲਿਆਂ 'ਚ ਜਦੋਂ ਕ੍ਰੋਧ ਆ ਗਿਆ, ਉਹਨਾਂ ਨੇ ਕਿੰਨੇ ਰੂਪ ਧਾਰਨ ਕਰ ਲਏ। ਜਦੋਂ ਆਮ ਮਨੁੱਖ 'ਚ ਕ੍ਰੋਧ ਆਉਂਦਾ ਹੈ ਅਤੇ ਉਹ ਵੀ ਇਸੇ ਤਰ੍ਹਾਂ ਕਰਦਾ, ਫੁੰਕਾਰੇ ਮਾਰਦਾ, ਸੱਪ ਦਾ ਰੂਪ ਧਾਰਨ ਕਰਕੇ ਫਿਰ ਡੱਸਣ ਵਾਲੀ ਉਹਦੀ ਬਿਰਤੀ ਹੁੰਦੀ, ਛੱਡਣਾ ਨਹੀਂ ਅੱਜ ਮੈਂ। ਫਿਰ ਆਪਾਂ ਆਮ ਹੀ ਕਹਿੰਦੇ ਹੰਕਾਰ ਵਿੱਚ ਫੂੰ ਫੂੰ ਕਰਦਾ ਫਿਰਦਾ, ਪੰਜਾਬੀ 'ਚ ਸ਼ਬਦ ਵਰਤਦੇ ਨੇ ਆਪਾਂ ਕਈ ਵਾਰ ਕਿ ਇੰਨਾ ਹੰਕਾਰਿਆ ਬਸ ਫੂੰ ਫੂੰ ਕਰਦਾ ਫਿਰਦਾ, ਫੁੰਕਾਰੇ ਮਾਰਨੇ ਹੈ। ਫਿਰ ਅੱਗ ਵਰਸਾਉਂਦਾ ਹੈ। ਜੋਗੀ ਤੇ ਪ੍ਰਤੱਖ ਮੂੰਹ 'ਚੋਂ ਅੱਗ ਕੱਢਦੇ ਪਏ ਸੀਗੇ, ਪਰ ਅੱਜ ਮਨੁੱਖ ਨੂੰ ਜਦੋਂ ਕ੍ਰੋਧ ਚੜ੍ਹਦਾ ਹੈ, ਗੁੱਸਾ ਆਉਂਦਾ, ਈਰਖਾ ਦੀ ਅੱਗ 'ਚ ਜਦੋਂ ਸੜਦਾ ਹੈ ਮਨੁੱਖ, ਤਾਂ ਫਿਰ ਆਪਣੀ ਜ਼ੁਬਾਨ ਦੇ ਵਿੱਚੋਂ ਅੱਗ ਵਰਗੇ ਤੱਤੇ ਬੋਲ ਜਿਹੜੇ ਨੇ ਉਹ ਕੱਢਦਾ ਹੈ। ਜਿਵੇਂ ਅੱਗ ਸਾੜਦੀ ਹੈ,
ਕਈ ਵਾਰ ਸਾਡੇ ਬੋਲ ਇੰਨੇ ਤੱਤੇ ਹੁੰਦੇ ਨੇ, ਇੰਨੇ ਗਰਮ ਹੁੰਦੇ ਨੇ ਕਿ ਸਾਹਮਣੇ ਵਾਲੇ ਦਾ ਹਿਰਦਾ ਜਿਹੜਾ ਉਹ ਸਾੜ ਕੇ ਰੱਖ ਦਿੰਦੇ ਨੇ। ਸੋ ਇਸ ਤਰ੍ਹਾਂ ਫਿਰ ਸਮਝਾਉਂਦੇ, ਤਾਰੇ ਤੋੜੇ ਭੰਗਰਨਾਥ, ਇੱਕ ਚੜ ਮਿਰਗਾਨੀ ਜਲ ਤਰ ਜਾਈ। ਸੋ ਇਸ ਤਰ੍ਹਾਂ ਭੰਗਰਨਾਥ ਨੇ ਆਸਮਾਨ 'ਚੋਂ ਤਾਰੇ ਤੋੜ ਲਏ, ਕਿਉਂਕਿ ਇਹਦੇ 'ਚ ਕੋਈ ਸ਼ੱਕ ਸ਼ੰਕਾ ਨਹੀਂ, ਉਹਨਾਂ ਕੋਲ ਰਿੱਧੀਆਂ ਸਿੱਧੀਆਂ ਬੜੀਆਂ ਵੱਡੀਆਂ ਸ਼ਕਤੀਆਂ ਉਹਨਾਂ ਕੋਲ, ਉਹ ਕੁਝ ਵੀ ਕਰ ਸਕਦੇ ਨੇ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਅੰਗਿਆਰ ਸੁੱਟਣ ਲੱਗੇ, ਤਾਰੇ ਤੋੜੇ ਭੰਗਰਨਾਥ ਨੇ। ਤੇ ਇੱਕ ਕੁਛ ਜੋਗੀ ਉਹਨਾਂ ਦੇ ਵਿੱਚੋਂ ਚੜ ਮਿਰਗਾਨੀ, ਮਿਰਗ ਦੇ ਉੱਤੇ ਚੜ ਕੇ, ਮਿਰਗਾਣੀਆਂ ਦੇ ਉੱਤੇ ਚੜ ਕੇ ਜਲ ਤਰ ਜਾਈ, ਪਾਣੀ ਦੇ ਉੱਤੇ ਤਰਨ ਲੱਗ ਪਏ। ਪਾਣੀ ਦੇ ਉੱਤੇ ਤੁਰਨਾ ਹੀ ਬੜਾ ਮੁਸ਼ਕਲ ਹੈ, ਪਰ ਉਹ ਮਿਰਗਾਣੀਆਂ ਦੇ ਉੱਤੇ ਚੜ ਕੇ, ਮਿਰਗ ਵੀ ਇਹਦਾ ਅਰਥ ਹੈ, ਮਿਰਗਾਂ ਦੇ ਉੱਤੇ ਚੜ ਕੇ ਵੀ ਉਹ ਪਾਣੀ ਦੇ ਉੱਤੇ ਤਰਨ ਲੱਗ ਪਏ। ਸਿੱਧਾਂ ਅਗਨ ਨਾ ਬੁਝੈ ਬੁਝਾਈ, ਇਸ ਤਰ੍ਹਾਂ ਸਿੱਧਾਂ ਦੇ ਅੰਦਰ ਈਰਖਾ ਦੀ ਇੰਨੀ ਅੱਗ ਲੱਗ ਗਈ ਕਿ ਉਹਨੂੰ ਬੁਝਾਇਆ ਵੀ ਬੁਝਦੀ ਨਹੀਂ। ਫਿਰ ਸਿੱਧਾਂ ਨੂੰ ਬਾਹਰੀ ਤੌਰ 'ਤੇ ਕ੍ਰੋਧ ਦੀ ਇੰਨੀ ਅੱਗ ਲੱਗ ਗਈ ਕਿ ਉਹ ਆਪਣੇ ਆਪ ਦੇ ਮੂੰਹ 'ਚੋਂ ਅੱਗ ਕੱਢਦੇ ਪਏ ਨੇ, ਕਿਉਂਕਿ ਜੋ ਅੰਦਰ ਹੈ ਉਹ ਤੁਸੀਂ ਬਾਹਰ ਕੱਢੋਗੇ। ਜੇ ਤੁਹਾਡੇ ਅੰਦਰ ਅੰਮ੍ਰਿਤ ਹੈ, ਨਿਮਰਤਾ ਹੈ, ਤੁਸੀਂ ਬਾਹਰ ਵੀ ਅੰਮ੍ਰਿਤ ਤੇ ਨਿਮਰਤਾ ਹੀ ਕੱਢੋਗੇ ਬੋਲਾਂ ਰਾਹੀਂ। ਜੇ ਤੁਹਾਡੇ ਅੰਦਰ ਭਾਂਬੜ ਮੱਚਦੇ ਈਰਖਾ ਦੇ, ਤੁਹਾਡੇ ਬੋਲਾਂ 'ਚੋਂ ਵੀ ਅੱਗ ਹੀ ਨਿਕਲੇਗੀ। ਸੋ ਇਸ ਤਰ੍ਹਾਂ ਬਾਹਰੀ ਤੌਰ 'ਤੇ ਵੀ ਉਹ ਅੱਗ ਦੇ ਨਾਲ ਸੜਦੇ ਪਏ ਨੇ, ਅੰਦਰੋਂ ਵੀ ਈਰਖਾ ਦੀ ਅੱਗ ਨਾਲ ਸੜਦੇ। ਸਿੱਧਾਂ ਅਗਨ ਨਾ ਬੁਝੈ ਬੁਝਾਈ, ਇਸ ਤਰ੍ਹਾਂ ਸਿੱਧਾਂ ਦੀ ਅੱਗ ਜਿਹੜੀ ਉਹ ਬੁਝਾਇਆ ਵੀ ਬੁਝਦੀ ਨਹੀਂ ਸੀ। ਭਾਵ ਇਸ ਪੌੜੀ ਦਾ ਇਹੀ ਹੈ ਜੋ ਭਾਈ ਸਾਹਿਬ ਜੀ ਇੱਥੇ ਸਮਝਾਉਣਾ ਚਾਹੁੰਦੇ। ਜਦੋਂ ਉਹਨਾਂ ਜੋਗੀਆਂ ਨੇ ਧੁਨੀ ਚੜਾਈ, ਭਾਵ ਇਹਦਾ ਅਰਥ ਕਿ ਜਦੋਂ ਉਹਨਾਂ ਜੰਤਰਾਂ ਮੰਤਰਾਂ ਦੀਆਂ ਔਖਦੀਆਂ ਦੇ ਨਾਲ ਔਖਦੀਆਂ ਜਿਹੜੀਆਂ ਸੀ ਜੋ ਪ੍ਰਗਟ ਕਰਨਾ ਚਾਹੁੰਦੇ ਸੀ ਸਾਡੇ ਕੋਲ ਇਸ ਤਰ੍ਹਾਂ ਦੀਆਂ ਔਖਦੀਆਂ ਨੇ, ਉਹ ਸਾਰਾ ਕੁਝ ਕੀਤਾ। ਫਿਰ ਰੂਹੇ ਉਠਾਈ, ਭਾਵ ਉਹ ਕੰਮ ਉਹਨਾਂ ਨੇ ਕੀਤੇ, ਭੂਤਾਂ ਪ੍ਰੇਤਾਂ ਦੇ ਰੂਪ ਧਾਰਨ ਕਰ ਲਏ। ਬਹੁਤ ਕਈ ਤਰ੍ਹਾਂ ਦੇ ਲੂੰ ਜਿਹੜੇ ਸੀ, ਲੂੰ ਅਰਥ ਵੀ ਹੈ ਕਿ ਲੂੰ ਕੰਡੇ ਜਿਹੜੇ ਉਹ ਖੜੇ ਹੋ ਜਾਣੇ, ਕ੍ਰੋਧ ਦੇ ਵਿੱਚ ਆ ਕੇ ਹੋ ਜਾਂਦੇ ਨੇ। ਇਸ ਤਰ੍ਹਾਂ ਉਹਨਾਂ ਨੇ ਕਈ ਤਰ੍ਹਾਂ ਰੋਮਾਂਚ ਜਿਹੜੇ ਸੀਗੇ, ਲੂੰ ਕੰਡੇ ਜਿਹੜੇ ਸੀ ਉਹ ਖੜੇ ਕਰ ਦਿੱਤੇ ਨੇ, ਇੰਨੇ ਕ੍ਰੋਧ ਵਿੱਚ ਆਏ। ਭਾਵ ਅਨੇਕਾਂ ਪ੍ਰਕਾਰ ਦੇ ਉਹਨਾਂ ਨੇ ਨਾਟਕ ਕੀਤੇ, ਗੁਰੂ ਨਾਨਕ ਪਾਤਸ਼ਾਹ ਨੂੰ ਡਰਾਉਣਾ ਜਾਂ ਭਰਮਾਉਣਾ ਚਾਹਿਆ, ਪਰ ਆਖਰ ਉਹ ਇਹਨਾਂ ਨਾਟਕਾਂ ਦੇ ਵਿੱਚ ਕਾਮਯਾਬ ਨਾ ਹੋ ਸਕੇ। ਗੁਰੂ ਨਾਨਕ ਪਾਤਸ਼ਾਹ ਨੇ, ਸੱਚੇ ਸਤਿਗੁਰਾਂ ਨੇ ਸਿਰਫ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਜੋ ਕਰ ਰਹੇ ਹੋ ਗੁਰੂ ਕੇ ਸ਼ਬਦ ਦੇ ਅੱਗੇ ਇਹਦੀ ਪੇਸ਼ ਨਹੀਂ ਜਾਏਗੀ, ਕਿਉਂਕਿ ਸਾਡੇ ਕੋਲ ਅਕਾਲ ਪੁਰਖ ਦਾ ਸ਼ਬਦ ਹੈ, ਬਾਣੀ ਹੈ, ਅਤੇ ਬਾਣੀ ਦੇ ਅੱਗੇ ਤੁਹਾਡੇ ਜੰਤਰਾਂ ਮੰਤਰਾਂ ਦੀ ਪੇਸ਼ ਨਹੀਂ ਜਾਂਦੀ। ਸੋ ਇਹੀ ਸਾਨੂੰ ਅੱਜ ਵੀ ਸਮਝਣਾ ਚਾਹੀਦਾ ਹੈ। ਜਿਸ ਦੇ ਕੋਲ ਬਾਣੀ ਹੈ, ਕਈ ਦਫਾ ਬਾਣੀ ਬਾਣੇ ਦਾ ਧਾਰਨੀ ਵੀ ਕਹੇਗਾ ਮੈਨੂੰ ਫਲਾਣੇ ਨੇ ਕੁਛ ਕਰ ਦਿੱਤਾ, ਨਹੀਂ, ਜੇ ਤੇਰੇ ਕੋਲ ਬਾਣੀ ਹੈ ਤੇ ਫਲਾਣਾ ਸਿਓ ਤੇਰੇ ਸਾਹਮਣੇ ਬਹਿ ਕੇ ਵੀ ਕੁਛ ਪੜ੍ਹੀ ਜਾਵੇ, ਤੇਰੇ ਤੇ ਤਾਂ ਵੀ ਅਸਰ ਨਹੀਂ ਹੋਏਗਾ। ਸੋ ਇਸ ਤਰ੍ਹਾਂ 41ਵੀਂ ਪੌੜੀ 'ਚ ਉਹਨਾਂ ਸਿੱਧਾਂ ਨੇ ਜੋ ਕੀਤਾ, ਜੋ ਕਰਾਮਾਤਾਂ ਦਿਖਾਈਆਂ, ਉਹਦਾ ਜ਼ਿਕਰ ਕਰਕੇ ਫਿਰ ਅਗਲੀ 42ਵੀਂ ਪੌੜੀ ਵਿੱਚ ਭਾਈ ਸਾਹਿਬ ਕਹਿੰਦੇ ਨੇ, ਸਿੱਧ ਬੋਲਨ ਸੁਣ ਨਾਨਕਾ ਤੋਹੇ ਜਾਗਨੋ ਕਿਆ ਕਰਾਮਾਤ ਦਿਖਾਈ। ਹੁਣ ਸਿੱਧ ਕਹਿਣ ਲੱਗੇ ਕਿ ਨਾਨਕ ਸੁਣ, ਤੂੰ ਜਗਤ ਨੂੰ ਕੀ ਐਸੀ ਕਰਾਮਾਤ ਦਿਖਾ ਦਿੱਤੀ ਹੈ ਵੀ ਅਸੀਂ ਇੰਨਾ ਕੁਛ ਕਰ ਲਿਆ, ਅਸੀਂ ਤੇ ਪ੍ਰਤੱਖ ਕਰਾਮਾਤਾਂ ਵਿਖਾ ਦਿੱਤੀਆਂ। ਬੰਦਾ ਤੇ ਥੋੜ੍ਹਾ ਜਿਹਾ ਕਿਸੇ ਨੂੰ ਉਹਦੇ ਹੱਥ 'ਚ ਕਲਾ ਵੇਖ ਲੇ, ਉਹਦੇ ਤੋਂ ਹੀ ਇੰਨਾ ਪ੍ਰਭਾਵਿਤ ਹੋ ਜਾਂਦਾ। ਅਸੀਂ ਤੇ ਇੰਨੀਆਂ ਕਲਾ ਵਿਖਾਤੀਆਂ, ਇੰਨੀਆਂ ਕਰਾਮਾਤਾਂ ਦਿਖਾਤੀਆਂ ਲੋਕਾਂ ਨੂੰ ਪ੍ਰਤੱਖ ਤੌਰ 'ਤੇ, ਇਹ ਫਿਰ ਵੀ ਸਾਡੇ ਮਗਰ ਨਹੀਂ ਲੱਗਦੇ ਪਏ, ਫਿਰ ਵੀ ਸਾਡੇ 'ਤੇ ਭ੍ਰਮਿਤ ਨਹੀਂ ਹੁੰਦੇ, ਫਿਰ ਵੀ ਅਸੀਂ ਇਹਨਾਂ ਨੂੰ ਭਰਮਾ ਨਹੀਂ ਸਕੇ, ਇਹ ਸਾਡੇ ਉੱਤੇ ਪਿਆਰ ਨਹੀਂ ਜਤਾਉਂਦੇ, ਸ਼ਰਧਾ ਨਹੀਂ ਰੱਖਦੇ। ਤੁਸੀਂ ਐਸੀ ਕਿਹੜੀ ਕਰਾਮਾਤ ਜਿਹੜੀ ਇਹਨਾਂ ਲੋਕਾਂ ਨੂੰ ਵਿਖਾਤੀ ਕਿ ਚਾਰੇ ਦਿਸ਼ਾਵਾਂ ਦੇ ਲੋਕ, ਸਮੁੱਚੀ ਪ੍ਰਿਥਵੀ ਦੀ ਲੋਕਾਈ ਜਿਹੜੀ ਹੈ ਉਹ ਤੁਹਾਡੇ ਮਗਰ ਲੱਗ ਤੁਰੀ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਨੇ, ਕਹਿੰਦੇ ਕੁਝ ਵੇਖਾਲੇ ਅਸਾਂ ਨੂੰ ਤੋਹੇ ਕਿਉਂ ਢਿੱਲ ਅਵੇਹੀ ਲਾਈ। ਬਾਬਾ ਕੁਝ ਕਰਾਮਾਤ ਸਾਨੂੰ ਵੀ ਦਿਖਾ, ਕਿਉਂ ਤੂੰ ਇਸ ਤਰ੍ਹਾਂ ਢਿੱਲ ਜਿਹੜੀ ਹੈ ਕਿਸ ਗੱਲ ਦੀ ਲਾ ਛੱਡੀ ਹੈ, ਕੁਝ ਤਾਂ ਸਾਨੂੰ ਵੀ ਦੱਸ। ਜੇ ਤੇਰੇ ਕੋਲ ਐਸੀ ਕੋਈ ਵੱਖਰੀ ਕਲਾ ਹੈ ਸਾਡੇ ਨਾਲੋਂ, ਰਿੱਧੀਆਂ ਸਿੱਧੀਆਂ ਤੇ ਸਾਡੇ ਕੋਲ ਵੀ ਨੇ, ਜੇ ਤੁਹਾਡੇ ਕੋਲ ਕੋਈ ਵੱਖਰੀ ਕਲਾ ਹੈ ਤਾਂ ਫਿਰ ਕਾਸ ਨੂੰ ਇੰਨੀ ਢਿੱਲ ਲਾ ਛੱਡੀ ਹੈ, ਸਾਨੂੰ ਵੀ ਕੁਛ ਦਿਖਾ ਤਾਂ ਕਿ ਅਸੀਂ ਵੀ ਪ੍ਰਭਾਵਿਤ ਹੋ ਕੇ ਤੇਰੇ ਚਰਨਾਂ 'ਚ ਜਾ ਟਿਕੀਏ। ਗੁਰੂ ਨਾਨਕ ਪਾਤਸ਼ਾਹ ਬੜੇ ਪਿਆਰ ਨਾਲ ਅੱਗੋਂ ਕਹਿਣ ਲੱਗੇ, ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ।
ਬਾਬਾ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਨਾਥ ਜੀ, ਹੇ ਜੋਗੀ, ਹੇ ਭੰਗਰ ਨਾਥ, ਇੱਥੇ ਅਸਾਂ ਤੇ ਵੇਖਣ ਇੱਕ ਪਾਠ ਆਉਂਦਾ, ਅਸਾਂ ਤੇ ਵੇਖੇ, ਵੇਖਣ ਤੇ ਅਸਾਂ ਵੇਖੇ ਕਰਾਮਾਤ ਜੋਗੀ ਵਸਤ ਨਾ ਕਾਈ। ਖੈਰ ਸਾਹਿਬ ਜੀ ਕਹਿਣ ਲੱਗੇ, ਸਾਡੇ ਕੋਲ ਐਸੀ, ਜੇ ਤੁਸੀਂ ਗੱਲ ਕਰੋ ਕਿ ਸਾਡੇ ਕੋਲ ਐਸੀ ਕੋਈ ਕਰਾਮਾਤ ਹੈ, ਤਾਂ ਸਾਡੇ ਕੋਲ ਵੇਖਣ ਜੋਗੀ ਕੋਈ ਵਸਤ ਨਹੀਂ ਹਨ। ਭਾਵ ਇੱਕ ਤਾਂ ਇਹ ਹੈ, ਜਿਵੇਂ ਤੁਸੀਂ ਵਿਖਾਉਂਦੇ ਪਏ ਹੋ, ਇਸ ਤਰ੍ਹਾਂ ਦੀਆਂ ਵਿਖਾਉਣ ਵਾਲੀਆਂ ਕਰਾਮਾਤਾਂ ਸਾਡੇ ਕੋਲ ਨਹੀਂ ਹਨ। ਭਾਵ ਅਸੀਂ ਇਹ ਤਮਾਸ਼ਾ ਨਹੀਂ ਕਰਨਾ ਚਾਹੁੰਦੇ। ਦੂਸਰਾ ਇਹਦਾ ਅਰਥ ਇਹ ਵੀ ਹੈ ਕਿ ਸਾਡੇ ਵੇਖਣ ਦੇ ਵਿੱਚ ਜੋਗੀ ਵਸਤ ਨਾ ਕਾਈ। ਇਹ ਜੋਗੀ ਰੂਪ, ਜੋ ਤੁਸੀਂ ਜੋਗੀ ਲੋਕ ਹੋ ਨਾ, ਇਹ ਕੋਈ ਵੱਡੀ ਚੀਜ਼ ਨਹੀਂ ਸਾਡੇ ਸਾਹਮਣੇ। ਜੋਗੀ ਵਸਤ ਨਾ ਕਾਈ, ਜਿਵੇਂ ਆਪਾਂ ਕਹਿੰਦੇ ਉਹ ਮੇਰੇ ਸਾਹਮਣੇ ਕੀ ਚੀਜ਼ ਹੈ। ਇਹ ਹੰਕਾਰ ਸਾਡਾ ਹੋ ਸਕਦਾ, ਪਰ ਗੁਰੂ ਨਾਨਕ ਦਾ ਹੰਕਾਰ ਨਹੀਂ। ਇੱਥੇ ਸਭ ਕਹਿੰਦੇ ਜੇ ਅਸਾਂ ਧਿਆਨ ਨਾਲ ਦੇਖਦੇ ਹਾਂ ਤੇ ਜੋਗੀ ਵਸਤ ਨਾ ਕਾਈ, ਤੁਸੀਂ ਜੋਗੀ ਲੋਕ ਵੀ ਕੋਈ ਵੱਡੀ ਚੀਜ਼ ਨਹੀਂ ਹੋ ਸਾਡੇ ਸਾਹਮਣੇ। ਕਿਉਂ ਨਹੀਂ, ਅਗਲੀ ਪੰਕਤੀ 'ਚ ਦੱਸ ਦੇਣਗੇ। ਫਿਰ ਇਹ ਜੋਗੀ ਜੋ ਤੁਸੀਂ ਕਰ ਰਹੇ ਹੋ, ਕਰਾਮਾਤਾਂ ਦਿਖਾ ਰਹੇ ਹੋ, ਇਹ ਤੁਹਾਡੇ ਜੋਗ ਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਨੇ, ਪਰ ਤੁਹਾਡੇ ਜੋਗੀ ਇਹ ਚੀਜ਼ ਵੱਡੀ ਹੋਏਗੀ, ਸਾਡੀ ਜੋਗੀ ਇਹ ਚੀਜ਼ ਕੋਈ ਬਹੁਤ ਵੱਡੀ ਨਹੀਂ ਜੋ ਕੁਝ ਤੁਸੀਂ ਕਰ ਰਹੇ ਹੋ। ਪੁੱਛਦੇ ਕਿਉਂ, ਅਸੀਂ ਕਿਉਂ ਤੁਹਾਡੇ ਵਾਸਤੇ ਕੁਝ ਵੀ ਨਹੀਂ ਹਾਂ? ਤੁਸੀਂ ਕਹਿੰਦੇ ਹੋ ਜੋਗੀ ਚੀਜ਼ ਹੀ ਕੁਝ ਨਹੀਂ ਸਾਡੇ ਸਾਹਮਣੇ। ਸਾਹਿਬ ਜੀ ਕਹਿਣ ਲੱਗੇ, ਸੱਚ ਇਹ ਹੈ, ਤੁਸੀਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਆਸਰਾ ਪਕੜਿਆ। ਸਾਨੂੰ ਪੁੱਛਦੇ ਹੋ ਤੇਰੇ ਕੋਲ ਐਸੀ ਕਿਹੜੀ ਕਰਾਮਾਤ ਹੈ? ਸਾਰਾ ਜੱਗ ਹੀ ਪਿੱਛੇ ਲਾ ਲਿਆ ਤੁਸੀਂ। ਸਾਹਿਬ ਦੱਸਦੇ ਸਾਡੇ ਕੋਲ ਪਤਾ ਕੀ ਕਰਾਮਾਤ ਹੈ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸਭ ਕਹਿੰਦੇ ਗੁਰੂ ਕੀ ਸੰਗਤ ਤੇ ਬਾਣੀ ਤੋਂ ਬਿਨਾ, ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਤੋਂ ਬਿਨਾ ਰਾਈ ਦੇ ਦਾਣੇ ਜਿੰਨੀ ਵੀ ਕੋਈ ਹੋਰ ਓਟ ਨਹੀਂ ਸਾਡੇ ਕੋਲ। ਜਿਸ ਦਿਨ ਸੁਮੇਰੂ ਪਰਬਤ ਤੇ ਗਏ ਸੀ, ਉੱਥੇ ਵੀ ਸਿੱਧਾ ਨੇ ਸਵਾਲ ਪੁੱਛਿਆ ਸੀ ਕਿ ਕਿਹੜੀ ਸ਼ਕਤੀ ਤੈਨੂੰ ਇੱਥੇ ਲੈ ਕੇ ਆਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਸ ਦਿਨ ਵੀ ਕਿਹਾ, ਹਉ ਜਪਿਆ ਪਰਮੇਸ਼ਰ ਪਾਓ ਭਗਤ ਸੰਗ ਤਾੜੀ ਲਾਈ। ਮੈਂ ਕੇਵਲ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਨੂੰ ਜਪਿਆ, ਉਹਦੇ ਨਾਲ ਹੀ ਸੁਰਤੀ ਬਿਰਤੀ ਜਿਹੜੀ ਸਾਂਝ ਕੀਤੀ ਹੈ। ਸੋ ਇੱਥੇ ਵੀ ਸਾਹਿਬ ਕਹਿੰਦੇ ਗੁਰੂ ਕੀ ਸੰਗਤ ਬਾਣੀ ਤੋਂ ਬਿਨਾ ਸਾਡੇ ਕੋਲ ਰਾਈ ਦੇ ਦਾਣੇ ਜਿੰਨੀ ਵੀ ਹੋਰ ਕੋਈ ਓਟ, ਕੋਈ ਆਸਰਾ ਜਿਹੜਾ ਉਹ ਨਹੀਂ ਹੈ। ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾ ਹੀ ਧਰਤ ਚਲਾਈ। ਤੇ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਕਲਿਆਣ ਸਰੂਪ ਹੈ, ਸਾਹਿਬ ਜੀ ਕਹਿੰਦੇ ਉਹ ਇੰਨਾ ਟਿਕਾਏਮਾਨ ਹੈ, ਉਹ ਬਿਲਕੁਲ ਵੀ ਚਲਾਏਮਾਨ ਨਹੀਂ ਹੈ। ਤੇ ਇੰਨਾ ਕੁ ਉਹ ਸਥਿਰ ਹੈ, ਜਿਹਨੂੰ ਬਾਣੀ ਅੰਦਰ ਆਪਾਂ ਬਚਨ ਪੜ੍ਹਦੇ ਹਾਂ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਕਿ ਦਾਤਾ ਤੂੰ ਸਮੇਰੂ ਪਰਬਤ ਦੀ ਨਿਆਈ ਹੈ। ਜਿਸ ਤਰ੍ਹਾਂ ਝੱਖੜ ਆਉਣ, ਹਨੇਰ ਚੱਲਣ, ਰੁੱਖ ਕਿੰਨਾ ਵੀ ਤਕੜਾ ਕਿਉਂ ਨਾ ਹੋਵੇ, ਆਖਰ ਹਿੱਲਦਾ ਹੈ, ਡੋਲਦਾ ਹੈ। ਕਈ ਵਾਰ ਝੱਖੜ ਹਨੇਰ ਉਹਨੂੰ ਪੁੱਟ ਕੇ ਸੁੱਟ ਦਿੰਦੇ ਨੇ, ਪਰ ਤੂਫਾਨ, ਵੱਡੇ ਵੱਡੇ ਭੁਚਾਲ ਬਿਲਡਿੰਗਾਂ ਸੁੱਟ ਦਿੰਦੇ, ਪਰ ਕਿੰਨੇ ਵੱਡੇ ਤੂਫਾਨ ਆਉਣ, ਭੁਚਾਲ ਆਉਣ, ਹਨੇਰ ਚੱਲਣ, ਜੋ ਮਰਜ਼ੀ ਹੋਵੇ, ਕਦੀ ਸਮੇਰੂ ਪਰਬਤ ਨਹੀਂ ਹਿੱਲਦਾ ਹੁੰਦਾ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਮੈਂ ਤਾਂ ਤੇਰੀ ਓਟ ਲਈ ਕਿਉਂਕਿ ਤੂੰ ਸਮੇਰੂ ਪਰਬਤ ਹੈ। ਨਾ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਦਾਤਾ ਤੇਰੇ ਚਰਨਾਂ 'ਚ, ਤੇਰੀ ਹਜ਼ੂਰੀ 'ਚ, ਤੇਰੀ ਸ਼ਰਨ 'ਚ ਆ ਜਾਵਾਂਗੇ ਤੇ ਨਾ ਤੁਮ ਡੋਲੋ, ਨਾ ਤੁਸੀਂ ਡੋਲੋਗੇ ਨਾ ਅਸੀਂ ਡੋਲਾਂਗੇ। ਸੋ ਇੱਥੇ ਵੀ ਸਾਹਿਬ ਕਹਿੰਦੇ ਉਹ ਸ਼ਿਵ ਰੂਪੀ ਕਰਤਾ ਪੁਰਖ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਸ਼ਿਵ ਸਰੂਪ ਹੈ। ਭਾਵ ਉਹ ਮਹਾਨ ਸੱਤਾ ਦਾ ਮਾਲਕ ਹੈ। ਜਿਵੇਂ ਧਰਤੀ ਕਿਸੇ ਦੇ ਚਲਾਇਆ ਨਹੀਂ ਚੱਲਦੀ, ਇੰਜ ਉਹ ਕਿਸੇ ਦੇ ਹੱਕ ਦਾ ਨਹੀਂ, ਉਹ ਚਲਾਏਮਾਨ ਨਹੀਂ ਹੁੰਦਾ ਹੈ। ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੇ ਕਲਾਸ਼ ਪਾਈ। ਇਸ ਤਰ੍ਹਾਂ ਸਿੱਧ ਸਾਰੇ ਤੰਤਰ ਮੰਤਰ ਕਰਕੇ ਹਾਰ ਗਏ ਤੇ ਗੁਰੂ ਦੇ ਸ਼ਬਦ ਨੇ ਉਹਨਾਂ ਦੀ ਸਾਰੀ ਕਲਾ ਜਿਹੜੀ ਉਹਨੂੰ ਛੁਪਾ ਦਿੱਤਾ। ਗੁਰੂ ਨਾਨਕ ਦਾ ਜੋ ਸ਼ਬਦ ਹੈ, ਉਹਨਾਂ ਸਿੱਧਾਂ ਦੀਆਂ ਸਾਰੀਆਂ ਕਰਾਮਾਤਾਂ ਛੁਪ ਗਈਆਂ, ਉਹਨਾਂ ਦਾ ਕੋਈ ਵਸ ਨਾ ਚੱਲਿਆ। ਦੱਦੇ ਦਾਤਾ ਗੁਰੂ ਹੈ, ਕੱਕੇ ਕੀਮਤ ਕਿਨੇ ਨਾ ਪਾਈ। ਦੱਦੇ ਅੱਖਰ ਦਾ ਅਰਥ ਹੈ ਦਾਤਾ ਗੁਰੂ ਹੈ, ਤੇ ਕੱਕੇ ਅਰਥ ਦਾ ਅਰਥ ਹੈ ਕੀਮਤ ਕਿਨੇ ਨਾ ਪਾਈ। ਭਾਵ ਸਾਹਿਬ ਕਹਿੰਦੇ ਉਹ ਦਾਤਾ ਅਕਾਲ ਪੁਰਖ ਗੁਰੂ, ਉਹਦੀ ਅੱਜ ਤੱਕ ਕਿਸੇ ਨੇ ਕੀਮਤ ਨਹੀਂ ਪਾਈ। ਜੇ ਤੁਸੀਂ ਇਹਨਾਂ
ਰਿੱਧੀਆਂ ਸਿੱਧੀਆਂ ਦੇ ਆਸਰੇ ਦੀ ਗੱਲ ਕਰੋ, ਇਹਦੇ ਨਾਲ ਤੁਸੀਂ ਉਹਦੀ ਕੀਮਤ ਨਹੀਂ ਪਾ ਸਕਦੇ, ਉਹਦਾ ਆਦ ਅੰਤ ਨਹੀਂ ਪਾ ਸਕਦੇ। ਸੋ ਦੀਨ ਨਾਨਕ ਸਤਿਗੁਰ ਸਰਨਾਈ। ਸੋ ਇਸ ਤਰ੍ਹਾਂ ਸਾਰੇ ਜਿਹੜੇ ਸਨ, ਸਾਹਿਬ ਜੀ ਕਹਿੰਦੇ ਉਹ ਦੀਨ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਦੀਨ ਦੁਖੀਆਂ ਦਾ ਸਹਾਰਾ ਹੈ। ਸੋ ਦੀਨ ਨਾਨਕ ਆਪਣੇ ਵੱਲ ਬੜੇ ਪਿਆਰ ਨਾਲ ਇਸ਼ਾਰਾ ਕਰਦੇ, ਅਸੀਂ ਦੀਨ ਹਾਂ ਤੇ ਨਾਨਕ ਸਤਿਗੁਰ ਸ਼ਰਨਾਈ, ਅਸੀਂ ਪੂਰੇ ਅਕਾਲ ਪੁਰਖ ਸ਼ਬਦ ਗੁਰੂ ਦੀ ਸ਼ਰਨ ਵਿੱਚ ਆ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਤਾਂ ਆਪਣਾ ਇਹ ਸਿਧਾਂਤ ਦਿੱਤਾ ਕਿ ਤੁਸੀਂ ਜੋ ਪੁੱਛਦੇ ਹੋ ਤੇਰੇ ਕੋਲ ਐਸੀ ਕਿਹੜੀ ਕਰਾਮਾਤ ਹੈ। ਸਾਹਿਬ ਕਹਿੰਦੇ ਮੈਂ ਦੀਨ ਮਨ ਹੋ ਕੇ ਉਸ ਪੂਰੇ ਗੁਰੂ ਦੀ ਸ਼ਰਨ ਵਿੱਚ ਆ, ਜਿਹੜਾ ਚੱਲੇ ਨਾ ਹੀ ਤਰਤ ਚਲਾਈ ਦੀ ਤਰ੍ਹਾਂ ਚਲਾਏ ਮਨ ਨਹੀਂ ਹੁੰਦਾ, ਸਦਾ ਸਥਿਰ ਟਿਕਾਏ ਮਨ ਹੈ। ਦੂਜਾ, ਜਦੋਂ ਨਾ ਸਿੱਧਾ ਨੇ ਦੇਖਿਆ ਹੈ ਸਾਰਾ ਕੁਝ, ਤਾਂ ਬੜੇ ਦੀਨ ਮਨ ਹੋ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਪੈ ਗਏ। ਸੋ ਇਸ ਤਰ੍ਹਾਂ ਇਸ ਪੌੜੀ ਦੇ ਅੰਦਰ ਇਹੀ ਭਾਈ ਸਾਹਿਬ ਨੇ ਸਮਝਾਇਆ ਕਿ ਉਹ ਜੋਗੀ ਲੋਕ ਕਈ ਤਰ੍ਹਾਂ ਦੇ ਨਾਟਕ ਚੇਟਕ ਤਮਾਸ਼ੇ ਕਰਦੇ ਸਨ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਦੇ ਪ੍ਰਤਾਪ ਨੇ ਸਾਰਿਆਂ ਨੂੰ ਮਾਤ ਦੇ ਦਿੱਤੀ ਤੇ ਗੁਰੂ ਨਾਨਕ ਦੇ ਸ਼ਬਦ ਨੇ ਉਹਨਾਂ ਨੂੰ ਇਹ ਕਰਾਮਾਤਾਂ ਦੀਆਂ ਖੇਡਾਂ ਦੇ ਵਿੱਚੋਂ ਬਾਹਰ ਕੱਢ ਲਿਆਂਦਾ। ਸੋ ਦੱਦੇ ਤੇ ਕੱਕਾ, ਦਾ ਤੇ ਕਾ, ਇਹ ਦੋ ਅੱਖਰਾਂ ਦਾ ਭੇਦ ਇਹੀ ਹੈ। ਸਿੱਧਾਂ ਦੇ ਪਾਸ ਦੋ ਚੀਜ਼ਾਂ ਸਨ, ਇੱਕ ਦੀਨ ਅਰਥਾਤ ਜੋਗਮਤ ਤੇ ਦੂਸਰਾ ਕਾ ਦਾ ਅਰਥ ਹੈ ਕਰਾਮਾਤ। ਉਹਨਾਂ ਕੋਲ ਇੱਕ ਦੀਨ ਜੋਗਮਤ ਸੀ, ਦੂਜੀ ਕਰਾਮਾਤ ਸੀ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸਿਆ ਇੱਕ ਵਾਹਿਗੁਰੂ ਹੈ, ਉਹ ਸਾਡਾ ਦਾਤਾ ਹੈ ਤੇ ਅਸੀਂ ਉਹਦੇ ਦਰ ਦੇ ਭਿਖਾਰੀ ਹਾਂ। ਸੋ ਭਗਤੀ ਇਹ ਤਾਂ ਦੀਨ ਹੈ ਤੇ ਕਰਾਮਾਤ ਇਹ ਹੈ ਕਿ ਵਾਹਿਗੁਰੂ ਕਰਤਾ ਪਰਮੇਸ਼ਰ ਨੂੰ ਇੱਕ ਜਾਣੋ, ਉਸ ਦੀ ਹੱਦ ਨਹੀਂ ਹੈ, ਉਹ ਸਦਾ ਹੱਦਾਂ ਤੋਂ ਬਾਹਰ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ। ਅੱਗੇ ਅਗਲੀ ਪੌੜੀ 'ਚ ਜ਼ਿਕਰ ਕਰਦੇ, ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁਖੋਂ ਅਲਾਈ। 43ਵੀਂ ਪੌੜੀ ਵਿੱਚ ਕਿਰਪਾ ਕਰਦੇ ਬਾਬਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਸੁਣੋ ਨਾਥ ਜੀ, ਐ ਨਾਥ, ਐ ਭੰਗਰਨਾਥ ਅਤੇ ਨਾਲ ਦੇ ਸਾਰੇ ਜੋਗੀ ਲੋਕੋ ਸੁਣੋ, ਅਸਾਂ ਆਪਣੇ ਮੁਖ ਤੋਂ ਸੁਣੋ ਸੱਚ ਮੁਖੋਂ ਅਲਾਈ। ਅਸਾਂ ਆਪਣੇ ਮੁਖ ਤੋਂ ਆਪਣੀ ਰਸਨਾ ਬਿਲਕੁਲ ਸੱਚ ਸ਼ਬਦ ਕਿਹਾ ਹੈ। ਜੇ ਤੁਸੀਂ ਕਹੋ ਕਿ ਖੌਰੇ ਕਿਤੇ ਇਸ ਤਰ੍ਹਾਂ ਕੋਈ ਝੂਠ ਨਾ ਹੋਵੇ, ਜੇ ਅਸੀਂ ਤੁਹਾਨੂੰ ਕਿਹਾ ਕੇਵਲ ਸਾਨੂੰ ਪਰਮੇਸ਼ਰ ਦਾ ਆਸਰਾ ਹੈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ, ਸਭ ਕਹਿੰਦੇ ਸੀ ਬਿਲਕੁਲ ਸੱਚ ਕਿਹਾ, ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾਹੀ। ਸਭ ਕਹਿੰਦੇ ਕੇਵਲ ਸੱਚੇ ਨਾਮ ਤੋਂ, ਗੁਰੂ ਕੇ ਨਾਮ ਤੋਂ, ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਾਡੇ ਕੋਲ ਹੋਰ ਕੋਈ ਵੀ ਕਰਾਮਾਤ ਨਹੀਂ। ਮਤਾ ਤੁਸੀਂ ਕਿਸੇ ਪ੍ਰਕਾਰ ਦਾ ਸ਼ੱਕ ਕਰੋ ਕਿ ਸ਼ਾਇਦ ਝੂਠ ਬੋਲਦੇ, ਇਹਨਾਂ ਕੋਲ ਬੜੀਆਂ ਕਰਾਮਾਤਾਂ ਹੋਣਗੀਆਂ, ਸਭ ਕਹਿੰਦੇ ਨਹੀਂ, ਕੇਵਲ ਹਉ ਜਪਿਆ ਪਰਮੇਸ਼ਰ ਭਾਉ ਭਗਤ ਸੰਗਤਾੜੀ ਲਾਈ, ਕੇਵਲ ਉਹਦਾ ਨਾਮ ਹੈ ਸਾਡੇ ਕੋਲ। ਹਾਂ ਇਹ ਹੈ, ਉਹਦੇ ਨਾਮ ਦੇ ਵਿੱਚ ਬੜਾ ਕੁਝ ਹੈ, ਉਹਦੇ ਨਾਮ ਦੇ ਵਿੱਚ ਬੇਅੰਤ ਅਥਾਹ ਸ਼ਕਤੀਆਂ ਨੇ, ਉਹਦੇ ਨਾਮ ਦੇ ਵਿੱਚ ਸਮੁੱਚਾ ਬ੍ਰਹਿਮੰਡ ਰਿੱਧੀਆਂ ਸਿੱਧੀਆਂ ਨੌ ਨਿਧਾਂ ਵਸਦੀਆਂ ਨੇ, ਉਹ ਨਾਮ ਦਾ ਖਜ਼ਾਨਾ ਹੈ ਸਾਡੇ ਕੋਲ। ਫਿਰ ਜ਼ਿਕਰ ਕਰਦੇ ਬਸਤਰ ਪਹਿਰੇ ਅਗਨ ਕੈ ਬਰਫ ਹਿਮਾਲੇ ਮੰਦਰ ਸ਼ਾਈ। ਫਿਰ ਸਾਹਿਬ ਜੀ ਕਹਿਣ ਲੱਗੇ ਪਰਮੇਸ਼ਰ ਨਾਲ ਤੇ ਇਸ ਤਰ੍ਹਾਂ ਦਾ ਪਿਆਰ ਹੈ ਸਾਡਾ ਕਿ ਜੇ ਬਸਤਰ ਪਹਿਰੇ ਅਗਨ ਕੇ, ਭਾਵ ਅੱਗ ਦੇ ਮੈਂ ਕੱਪੜੇ ਪਹਿਨ ਲਵਾਂ ਤੇ ਹਿਮਾਲਾ ਪਰਬਤ ਦੇ ਵਿੱਚ ਬਰਫ਼ ਦੇ ਮੰਦਰ ਵਿੱਚ ਜਾ ਕੇ ਮੈਂ ਰਹਿਣ ਲੱਗ ਪਵਾਂ। ਉਸ ਤੋਂ ਅੱਗੇ ਕਹਿੰਦੇ ਕਰੇ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ। ਸਾਰ ਲੋਹਾ, ਲੋਹੇ ਨੂੰ ਭੋਜਨ ਬਣਾ ਲਵਾਂ, ਕਿਉਂਕਿ ਲੋਹੇ ਨੂੰ ਖਾਣਾ ਬੜਾ ਔਖਾ ਹੈ। ਰਸੋਈ ਜਿਹੜੀ ਹੈ ਸਾਰ ਦੀ ਲੋਹੇ ਦੀ ਕਰਾਂ। ਇੱਕ ਤਾਂ ਜਿਵੇਂ ਰਸੋਈ ਬਾਹਰੀ ਤੌਰ 'ਤੇ ਜਿਵੇਂ ਬਣਦੀ ਇੱਟਾਂ ਦੀ, ਲੱਕੜ ਦੀ, ਮਿੱਟੀ ਦੀ, ਲੋਹੇ ਦੀ ਰਸੋਈ ਜਿਹੜੀ ਬਹੁਤ ਤਪਦੀ ਹੋਵੇ, ਇੱਕ ਉਹ ਵੀ ਇਸ਼ਾਰਾ ਹੈ। ਦੂਜਾ ਇੱਥੇ ਖੈਰ ਜੋ ਮੁੱਖ ਅਰਥ ਹੈ ਉਹ ਇਹੀ ਹੈ ਕਿ ਲੋਹਾ ਚਬਾਉਣ ਦੀ ਨਿਆਈ, ਇਸ ਤਰ੍ਹਾਂ ਮਸ਼ੱਕਤ। ਫਿਰ ਲੋਹੇ ਨੂੰ ਭੋਜਨ ਬਣਾ ਲਵਾਂ, ਕਿੰਨਾ ਸਖਤ ਹੈ, ਚਬਾਇਆ ਨਹੀਂ ਜਾਏਗਾ। ਉਹਨੂੰ ਵੀ ਜੇਕਰ ਭੋਜਨ ਬਣਾ ਕੇ ਸਾਰੀ ਧਰਤੀ ਨੂੰ ਮੈਂ ਨੱਥ ਕੇ ਚਲਾਵਾਂ, ਭਾਵ ਅਕਾਲ ਪੁਰਖ ਇੰਨੀ ਕਿਰਪਾ ਕਰਦੇ, ਇੰਨਾ ਬਲ ਆ ਜੇ ਅੰਦਰ ਕਿਤੇ ਵੀ ਲੋਹੇ ਨੂੰ ਵੀ ਚਬਾ ਕੇ ਖਾਣ, ਲੋਹੇ ਦੇ ਚਣੇ ਚਬਾ ਕੇ ਖਾਣ ਦੀ ਸਮਰੱਥਾ ਹੋਵੇ। ਅਤੇ ਧਰਤੀ ਨੂੰ ਵੀ ਜਿਵੇਂ ਆਪਾਂ ਪਸ਼ੂਆਂ ਨੂੰ ਹੱਕ ਕੇ ਚਲਾਉਂਦੇ ਹਾਂ, ਬਲਦਾਂ ਨੂੰ ਹੱਕਦੇ ਹਾਂ, ਤੁਰੇ ਜਾਂਦੇ ਨੇ, ਮੈਂ ਸਾਰੀ ਧਰਤੀ ਨੂੰ ਹੱਕ ਕੇ ਨੱਥ ਪਾ ਕੇ, ਜਿਵੇਂ ਆਪਾਂ ਬਲਦ ਨੂੰ ਹੱਕਦੇ ਹਾਂ, ਨੱਥ ਵੀ ਪਾਉਂਦੇ ਹਾਂ, ਫਿਰ ਜਿੱਧਰ ਨੂੰ ਖਿੱਚਦੇ ਆ ਉਧਰ ਨੂੰ ਮੁੜਿਆ ਜਾਂਦਾ, ਨਾਲੇ ਪਿੱਛੋਂ ਹੱਕੀ ਜਾਂਦੇ ਹਾਂ।
ਇਸ ਤਰ੍ਹਾਂ ਦੀ ਸ਼ਕਤੀ ਵੀ ਅੰਦਰ ਆ ਜਾਏ। ਏ ਵੱਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ। ਇੰਨਾ ਵੱਡਾ ਵਿਸਥਾਰ ਕਰ ਲਵਾਂ ਆਪਣੇ ਆਪ ਦਾ, ਪਸਾਰਾ ਕਰ ਲਵਾਂ ਕਿ ਸਾਰੀ ਧਰਤੀ ਜਿਹੜੀ ਹਿੱਕੀ ਤੁਰੀ ਸਾਡੇ ਅੱਗੇ ਤੁਰੀ ਜਾਵੇ। ਜਿੱਧਰ ਨੂੰ ਹੁਕਮ ਕਰਦਾ ਜਾਵਾਂ ਇਹ ਧਰਤੀ ਜਿਹੜੀ ਤੁਰਦੀ ਜਾਵੇ। ਟੋਲੀ ਧਰਤ ਆਕਾਸ਼ ਦੋਏ ਪਿੱਛੇ ਛਾਬੇ ਟੰਕ ਚੜਾਈ। ਤੇ ਧਰਤੀ ਤੇ ਆਕਾਸ਼ ਇਹ ਦੋਵੇਂ ਜਿਹੜੇ ਨੇ ਪਿਛਲੇ ਛਾਬੇ ਦੇ ਵਿੱਚ ਪਾ ਕੇ ਤੱਕੜੀ ਦੇ ਤੇ ਟੰਕ ਵੱਟਾਂ ਪਾ ਕੇ ਇਹਨਾਂ ਨੂੰ ਤੋਲ ਦੇਵਾਂ। ਜਿਵੇਂ ਤੱਕੜੀ 'ਚ ਇੱਕ ਪਾਸੇ ਸਮਾਨ ਪੈਂਦਾ, ਇੱਕ ਪਾਸੇ ਵੱਟੇ ਪੈਂਦੇ ਨੇ। ਸੋ ਸਾਹਿਬ ਕਹਿਣ ਲੱਗੇ ਇਹਨਾਂ ਬਲ ਆ ਜੇ ਕਿ ਧਰਤੀ ਤੇ ਆਕਾਸ਼ ਨੂੰ ਤੱਕੜੀ ਦੇ ਵਿੱਚ ਪਾ ਕੇ ਇਹਨਾਂ ਦੋਵਾਂ ਨੂੰ, ਤੇ ਮੈਂ ਵਿੱਚ ਟੰਕ ਵੱਟਾਂ ਪਾ ਕੇ ਇਹਨਾਂ ਨੂੰ ਤੋਲ ਸੁੱਟਾਂ। ਪਰ ਅੱਗੇ ਜ਼ਿਕਰ ਕਰਦੇ ਇਹੋ ਬਲ ਰੱਖਾਂ ਆਪ ਵਿੱਚ ਜਿਸ ਆਖਾਂ ਤਿਸ ਪਾਸ ਕਰਾਈ। ਸਾਹਿਬ ਕਹਿੰਦੇ ਇਹਨਾਂ ਬਲ ਆ ਜੇ ਮੇਰੇ ਵਿੱਚ। ਹਾਲੇ ਤੇ ਇਹੀ ਜ਼ਿਕਰ ਕੀਤਾ, ਤੁਸੀਂ ਪੁੱਛਦੇ ਹੋ ਕੀ ਕਰਾਂ ਮਾਤ। ਸਾਹਿਬ ਕਹਿੰਦੇ ਕੇਵਲ ਸ਼ਬਦ ਦਾ ਆਸਰਾ ਹੈ ਮੈਨੂੰ, ਪਰ ਜੇ ਬਾਹਰੀ ਤੌਰ ਤੇ ਇਹਨਾਂ ਬਲ ਵੀ ਆ ਜੇ ਨਾ ਸਾਡੇ ਕੋਲ ਕਿ ਜੋ ਕਿਸੇ ਨੂੰ ਕਹਾਂ, ਜੋ ਕਿਸੇ ਤੋਂ ਚਾਹਾਂ ਉਹਦੇ ਤੋਂ ਕਰਵਾ ਲਵਾਂ। ਦੇਖੋ ਇੱਕ ਭਾਵ ਅਰਥ ਹੈ ਜਿੰਨੀਆਂ ਚੀਜ਼ਾਂ ਦਾ ਜ਼ਿਕਰ ਕਰ ਰਹੇ ਸਾਰੀਆਂ ਦੀ ਸਮਰੱਥਾ ਹੈ ਗੁਰੂ ਨਾਨਕ ਦੇ ਕੋਲ, ਪਰ ਸਾਹਿਬ ਜੀ ਇਹ ਸਮਝਾਉਣਾ ਚਾਹੁੰਦੇ ਨੇ ਇੰਨਾ ਕੁਝ ਹੁੰਦਿਆਂ ਵੀ ਨਿਮਰਤਾ ਵਿੱਚ ਰਹੀ। ਸੋ ਭਾਈ ਸਾਹਿਬ ਜ਼ਿਕਰ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਮਝਾਉਣ ਲੱਗੇ ਸਤਨਾਮ ਬਿਨ ਬਾਦਰਸ਼ਾਹੀ। ਇੰਨੀ ਸਮਰੱਥਾ ਇੰਨੀ ਸ਼ਕਤੀ ਵੀ ਹੋਵੇ ਨਾ, ਫਿਰ ਵੀ ਸੱਚੇ ਨਾਮ ਤੋਂ ਬਿਨਾ, ਕਰਤਾ ਪਰਮੇਸ਼ਰ ਦੇ ਸਤ ਨਾਮ ਤੋਂ ਬਿਨਾ ਇਹ ਸਾਰਾ ਕੁਝ ਜਿਹੜਾ ਹੈ ਇੱਕ ਬੱਦਲ ਦੀ ਛਾਂ ਦੀ ਤਰ੍ਹਾਂ ਹੈ। ਸੋ ਇੰਜ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਵੀ ਸਮਝਾਇਆ ਜਿਨ੍ਹਾਂ ਰਿੱਧੀਆਂ ਸਿੱਧੀਆਂ ਦਾ ਤੁਸੀਂ ਮਾਣ ਕਰਦੇ ਹੋ, ਜੇ ਤੁਹਾਡੇ ਕੋਲ ਨਾਮ ਨਹੀਂ ਤੇ ਸਾਰੀਆਂ ਬੱਦਲ ਦੀ ਛਾਂ ਦੀ ਤਰ੍ਹਾਂ ਨੇ। ਬੱਦਲ ਆਉਂਦਾ, ਥੋੜ੍ਹੀ ਦੇਰ ਛਾਂ ਹੁੰਦੀ, ਹਵਾ ਪੈਂਦੀ, ਬੱਦਲ ਅਗਾਂਹ ਲੰਘ ਜਾਂਦਾ, ਬੱਦਲ ਦੀ ਛਾਂ ਕਦੀ ਸਥਿਰ ਨਹੀਂ ਰਹਿੰਦੀ। ਸੋ ਇੱਕ ਇਹ ਵੀ ਸਮਝਾਇਆ ਕਿ ਕਿੰਨਾ ਕੁਛ ਤੇਰੇ ਕੋਲ ਹੋਵੇ ਅੰਦਰ ਨਿਮਰਤਾ ਰੱਖੀ, ਕਿਉਂਕਿ ਸਾਹਿਬ ਇੱਥੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਇੰਨਾ ਕੁਛ ਆ ਵੀ ਜਾਵੇ, ਪਰ ਦੂਜੇ ਪੱਖ ਵਿੱਚ ਸਾਹਿਬ ਸਾਰੀ ਸਮਰੱਥਾ ਦੇ ਮਾਲਕ ਨੇ। ਇਹ ਧਰਤੀ ਆਕਾਸ਼ ਉਹਦੇ ਹੁਕਮ 'ਚ ਚੱਲਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਫਿਰ ਵੀ ਇੰਨੀ ਨਿਮਰਤਾ 'ਚ ਕਹਿੰਦੇ ਸਾਡੇ ਕੋਲ ਕੁਝ ਵੀ ਨਹੀਂ। ਭਾਵ ਅੱਜ ਆਪਾਂ ਥੋੜ੍ਹਾ ਜਿਹਾ ਕੁਛ ਝਲਕ ਵੀ ਕਿਤੇ ਮਿਲ ਜਾਏ ਤੇ ਆਪਾਂ ਇਹ ਕਹਿਣ ਲੱਗ ਜਾਂਦੇ ਲੈ ਮੈਂ ਤੇਰਾ ਕੰਮ ਕਰ ਦੇਵਾਂਗਾ, ਤੂੰ ਮੈਨੂੰ ਕਹਿ ਦੀ ਮੈਂ ਅਰਦਾਸ ਕਰਦਾ, ਇੰਜ ਕਰ ਦੂੰਗਾ, ਮੈਂ ਉਹ ਕਰ ਦਾਂਗਾ, ਮੇਰੇ ਬੋਲਾਂ ਵਿੱਚ ਬੜੀ ਸੱਤਿਆ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਮਰਤਾ ਦੀ ਦਾਤ ਸਿਖਾਈ, ਸਿੱਖਾ ਸਤਨਾਮ ਜਪੀ। ਸੋ ਜਦੋਂ ਬਾਣੀ ਅੰਦਰ ਵੀ ਸਾਹਿਬ ਦੇ ਬਚਨ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਕਿ ਇਹ ਜਿਹੜੀ ਮਾਇਆ ਹੈ ਨਾ ਇਹ ਸਾਰੀ ਛਲ ਸਰੂਪ ਹੈ ਭਾਈ। ਇਹ ਇਸ ਤਰ੍ਹਾਂ ਹੈ ਜਿਵੇਂ ਤ੍ਰਿਣ ਕੀ ਅਗਨ, ਜਿਵੇਂ ਘਾਹ ਦੇ ਤਿਣਕਿਆਂ ਦੀ ਅੱਗ ਹੈ, ਤੇ ਮੇਘ ਕੀ ਛਾਇਆ ਜਿਵੇਂ ਬੱਦਲ ਦੀ ਛਾਂ ਹੈ, ਗੋਬਿੰਦ ਭਜਨ ਬਿਨ ਹੜਕਾ ਜਲ। ਤੇ ਨਾਮ ਸਿਮਰਨ ਤੋਂ ਬਿਨਾ, ਗੋਬਿੰਦ ਦੇ ਭਜਨ ਤੋਂ ਬਿਨਾ ਇਹ ਹੜ੍ਹ ਦੇ ਜਲ ਦੀ ਨਿਆਈ ਹੈ। ਜਿਵੇਂ ਬੱਦਲ ਦੀ ਛਾਂ ਸਥਿਰ ਨਹੀਂ, ਸੋ ਘਾਹ ਦੀ ਅੱਗ ਬਹੁਤੀ ਤੇਜ਼ ਨਹੀਂ, ਜਿਵੇਂ ਕਹਿ ਦਿਓ ਉਹ ਬਹੁਤੀ ਸਥਿਰ ਰਹਿਣ ਵਾਲੀ ਨਹੀਂ ਹੈ, ਬਸ ਮੱਚਦੀ ਖਤਮ ਬੁੱਝ ਜਾਂਦੀ ਹੈ। ਤੇ ਹੜ੍ਹ ਦਾ ਜਲ ਜਿਵੇਂ ਸਾਰਾ ਕੁਝ ਰੋੜ ਕੇ ਲੈ ਜਾਂਦਾ, ਮਾਈ ਮਾਇਆ ਛਲ। ਫਿਰ ਸਾਹਿਬ ਦੇ ਬਾਣੀ ਅੰਦਰ ਇਹ ਵੀ ਬਚਨ ਪੜ੍ਹਦੇ ਹਾਂ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਇੰਨਾ ਕੁਛ ਆ ਜਾਵੇ, ਸਾਰੇ ਸ਼ਬਦ ਨੂੰ ਆਪ ਜੀ ਪੜ੍ਹੋਗੇ ਤਾਂ ਉੱਥੇ ਸਾਹਿਬ ਨੇ ਇਹ ਜ਼ਿਕਰ ਕੀਤਾ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਓ। ਇੰਨੀ ਸ਼ਕਤੀ ਆ ਜਾਣੀ, ਗੁਪਤ ਤੇ ਪ੍ਰਗਟ ਹੋ ਜਾਵਾਂ, ਪ੍ਰਗਟ ਤੋਂ ਗੁਪਤ ਹੋ ਜਾਵਾਂ, ਰਿੱਧੀਆਂ ਸਿੱਧੀਆਂ ਦਾ ਮਾਲਕ ਹੋ ਜਾਵਾਂ, ਜੋ ਜ਼ਬਾਨੋਂ ਬਚਨ ਕਹਾਂ ਪੂਰਾ ਹੋ ਜਾਵੇ। ਪਰ ਯਾਦ ਰੱਖਿਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਮਤਾ ਇਹ ਸਾਰਾ ਕੁਝ ਦੇਖ ਕੇ ਤੂੰ ਵਿਸਰ ਜਾਏ ਤਾਂ ਫਿਰ ਬਹੁਤ ਵੱਡਾ ਦੁੱਖ ਹੈ। ਸੋ ਸਾਹਿਬ ਜੀ ਨੇ ਸਮਝਾਇਆ ਹੈ, ਭਾਈ ਗੁਰਦਾਸ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਸਿੱਧਾਂ ਨੂੰ ਸਮਝਾਇਆ, ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾ ਪਾਓ। ਸੋ ਇੰਨਾ ਕੁਝ ਆਉਣ ਦੇ ਬਾਵਜੂਦ ਜੇ ਤੁਹਾਡੇ ਕੋਲ ਸਤਨਾਮ ਨਹੀਂ, ਗੁਰੂ ਕਾ ਸ਼ਬਦ ਨਹੀਂ, ਤੇ ਸੱਚ ਜਾਣਿਓ ਇਹ ਸਾਰਾ ਕੁਝ ਬੱਦਲ ਦੀ ਛਾਂ ਦੀ ਨਿਆਈ ਹੈ। ਸੋ ਇਹ ਰਿੱਧੀਆਂ ਸਿੱਧੀਆਂ ਦਾ ਬਲ ਕੁਛ ਵੀ ਨਹੀਂ ਹੈ। ਇਹ ਵਾਹਿਗੁਰੂ ਤੋਂ ਮੋੜ ਕੇ ਹਉਮੈ ਵਿੱਚ ਫਸਾਉਂਦੀਆਂ ਨੇ। ਇਹ ਸਾਰਾ ਕੁਝ ਜਿਹੜਾ ਹੈ ਹਉਮੈ ਤੇ ਹੰਕਾਰ ਨੂੰ ਜਨਮ ਦਿੰਦਾ ਹੈ।
ਜਦੋਂ ਤੁਹਾਡੇ ਕੋਲ ਕੋਈ ਬਾਲ, ਕੋਈ ਰਿੱਧੀ ਸਿੱਧੀ, ਕੋਈ ਸ਼ਕਤੀ ਆ ਗਈ, ਇਹ ਤੁਹਾਡੇ ਅੰਦਰ ਹਉਮੈ ਨੂੰ ਜਨਮ ਦੇਵੇਗੀ ਵੀ ਮੇਰੇ ਕੋਲ ਬਹੁਤ ਵੱਡੀਆਂ ਕਰਾਮਾਤਾਂ ਹੈ, ਮੇਰੇ ਕੋਲ ਆ ਸ਼ਕਤੀਆਂ। ਪਰ ਸਾਹਿਬ ਕਹਿੰਦੇ ਨੇ ਸਤਨਾਮ ਦੀ ਕਰਾਮਾਤ ਸਾਰਿਆਂ ਤੋਂ ਵੱਡੀ ਕਰਾਮਾਤ ਹੈ, ਜੋ ਇਹ ਹਉਮੈ ਤੋਂ ਵੀ ਛੁਡਾ ਦਿੰਦੀ ਹੈ। ਬਾਕੀ ਕਰਾਮਾਤਾਂ ਹਉਮੈ ਨੂੰ ਜਨਮ ਦਿੰਦੀਆਂ, ਹਉਮੈ ਦਾ ਰੋਗ ਪੈਦਾ ਕਰਦੀਆਂ, ਪਰ ਸਤਨਾਮ ਦੀ ਕਰਾਮਾਤ ਸਾਰਿਆਂ ਤੋਂ ਵੱਡੀ ਕਰਾਮਾਤ ਹੈ, ਜੋ ਮਨੁੱਖ ਦੇ ਅੰਦਰੋਂ ਹਉਮੈ ਦਾ ਰੋਗ ਵੀ ਕੱਟ ਦਿੰਦੀ ਹੈ। ਸੋ ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਨੇ ਉਹਨਾਂ ਜੋਗੀਆਂ ਨੂੰ ਅਚਲ ਬਟਾਲਾ ਸਾਹਿਬ ਦੀ ਧਰਤੀ ਦੀ ਜੋ ਉਪਦੇਸ਼ ਦਿੱਤਾ ਹੈ, ਸੋ ਭਾਈ ਗੁਰਦਾਸ ਜੀ ਇਹਨਾਂ ਪਾਵਨ ਵਾਰਾਂ ਪਹਿਲੀ ਵਾਰ ਦੀ ਇਸ ਪਾਵਨ ਪੌੜੀ ਦੇ ਅੰਦਰ ਜ਼ਿਕਰ ਕੀਤਾ ਹੈ। ਸੋ ਗੁਰੂ ਕਿਰਪਾ ਦੇ ਨਾਲ 43 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। 44ਵੀਂ ਪੌੜੀ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਦੀ ਖਿਮਾ, ਸਾਹਿਬ ਸਮੱਤ ਦੀ ਦਾਤ ਬਖਸ਼ਣ, ਆਸੀਸ ਦਿਓ। ਗੁਰੂ ਸਾਹਿਬ ਕਿਰਪਾ ਕਰਨ, ਇਸ ਮਹਾਨ ਕਾਰਜ ਨੂੰ ਆਪ ਵਿੱਚ ਵਰਤ ਕੇ ਸੰਪੂਰਨਤਾ ਸਾਹਿਬ ਜੀ ਕਿਰਪਾ ਦਾ ਮਿਹਰ ਦਾ ਹੱਥ ਸਿਰ ਤੇ ਰੱਖ ਕੇ ਆਪ ਸੰਪੂਰਨਤਾ ਬਖਸ਼ਿਸ਼ ਕਰਨ। ਇਹੋ ਬਲ ਰੱਖਾਂ ਆਪ ਵਿੱਚ, ਜਿਸ ਆਖਾਂ ਤਿਸ ਪਾਸ ਕਰਾਈ। ਸਤਨਾਮ ਬਿਨਾ ਬਾਦਰ ਸ਼ਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।